ਤਾਂ ਇੱਥੋਂ ਪਹਿਲਾਂ ਵੀ ਇੱਕ ਸ਼ਖਸ ਸੀ ਜੋ ਗੱਦੀ ਨਸ਼ੀਨ ਸੀ। ਉਹਨੂੰ ਵੀ ਆਪਣੇ ਰੱਬ ਹੋਣ ਤੇ ਇੰਨਾ ਹੀ ਯਕੀਨ ਸੀ। ਤਖਤ ਵੀ ਹਿਲਦੇ ਨੇ ਤੇ ਤਾਜ ਵੀ ਹਵਾ ਦੇ ਵਿੱਚ ਉੱਡਦੇ ਦੇਖੇ ਨੇ। ਇਤਿਹਾਸ ਹੈ ਜਿਹੜਾ ਇਹਨਾਂ ਸਾਰੀਆਂ ਗੱਲਾਂ ਦਾ ਗਵਾਹ ਹੈ। ਇਸ ਹੀ ਸਿਰੜ ਦੇ ਨਾਲ ਕਿਸਾਨ ਵੱਖ-ਵੱਖ ਥਾਵਾਂ ਤੇ ਲਗਾਤਾਰ ਆਪਣੇ ਮੋਰਚਿਆਂ ਤੇ ਡਟੇ ਬੈਠੇ ਨੇ। ਹਾਲਾਂਕਿ ਇਸ ਵਕਤ ਮੀਡੀਆ ਲੰਗਰ ਵਿਵਾਦ ਨੂੰ ਹੀ ਖਿੱਚ ਰਿਹਾ ਹੈ, ਭਾਵੇਂ ਚੜੂਨੀ ਆਪਣੀ ਗਰਮੀ ਸੁਖਬੀਰ ਤੇ ਕੱਢ ਕੇ ਠੰਡੇ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਲੋਕ ਰਾਏ ਦੱਸ ਦਿੰਦੇ ਆ, ਪਰ ਉਸ ਤੋਂ ਵੀ ਪਹਿਲਾਂ ਯਾਦ ਕਰਾਂਗੇ ਸਿੱਖ ਕੌਮ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ, ਜਿਨ੍ਹਾਂ ਦਾ ਅੱਜ ਜੋਤੀ ਜੋਤ ਦਿਹਾੜਾ ਜਿਹੜਾ ਉਹ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਕੱਲ ਦੀ ਲੋਕ ਰਾਏ ਸੀ ਕਿ ਕੇਂਦਰ ਸਰਕਾਰ ਨੇ 2021-22 ਲਈ ਕਣਕ ਦੇ ਭਾਅ ਦੇ ਵਿੱਚ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ। ਕੀ ਤੁਸੀਂ ਇੰਨੇ ਵਾਧੇ ਦੇ ਨਾਲ ਸਹਿਮਤ ਹੋ? ਤਾਂ ਸਿਰਫ 6% ਦਰਸ਼ਕਾਂ ਨੇ ਸਹਿਮਤੀ ਜਤਾਈ ਹੈ, ਜਦਕਿ 94% ਦਰਸ਼ਕਾਂ ਨੇ ਅਸਹਿਮਤੀ ਜਤਾਈ ਹੈ। ਅੱਜ ਦੀ ਲੋਕ ਰਾਏ ਹੈ, ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਿਸੇ ਦੇ ਕਹਿਣ ਤੇ ਅਸੀਂ ਐਸਡੀਐਮ ਨੂੰ ਫਾਂਸੀ ਨਹੀਂ ਲਾ ਸਕਦੇ, ਜਾਂਚ ਜ਼ਰੂਰ ਕਰਾਂਗੇ ਪਰ ਨਾਲ ਕਿਸਾਨਾਂ ਦੀ ਵੀ ਜਾਂਚ ਹੋਊਗੀ। ਮੰਤਰੀ ਦਾ ਇਹ ਬਿਆਨ ਤੁਹਾਨੂੰ ਕਿੰਨਾ ਕੁ ਸਹੀ ਲੱਗਦਾ ਹੈ? ਜੇ ਸਹੀ ਲੱਗਦਾ ਹੈ ਯੈਸ ਜਾਂ ਹਾਂ ਲਿਖਿਓ, ਸਹੀ ਨਹੀਂ ਲੱਗਦਾ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ ਤੇ ਪੰਜਾਬ ਦੀਆਂ ਖਬਰਾਂ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਮੌਸਮ ਵਿਭਾਗ ਦੀ ਭਵਿੱਖਬਾਣੀ ਦੱਸ ਦਿਆਂਗੇ, ਜਿਹੜਾ ਕਹਿੰਦਾ ਹੈ ਕਿ ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਆਉਂਦੇ ਦਿਨਾਂ ਦੇ ਵਿੱਚ ਸੰਭਾਵਨਾ ਹੈ। ਮੌਸਮ ਵਿਭਾਗ ਨੇ 12 ਸਤੰਬਰ ਤੱਕ ਮੁਲਕ ਦੇ ਕਈ ਸੂਬਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਭਵਿੱਖਬਾਣੀ ਕੀਤੀ ਹੈ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ, ਉੜੀਸਾ, ਕਰਨਾਟਕ, ਗੋਆ, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਇੱਥੇ ਭਾਰੀ ਮੀਂਹ ਪੈ ਸਕਦਾ ਹੈ। 11 ਸਤੰਬਰ ਤੋਂ ਉੜੀਸਾ ਤੇ ਤਟਵਰਤੀ ਆਂਧਰਾ ਪ੍ਰਦੇਸ਼, 12 ਸਤੰਬਰ ਤੋਂ ਛੱਤੀਸਗੜ੍ਹ, ਤੇਲੰਗਾਨਾ, ਪੱਛਮੀ ਬੰਗਾਲ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਤੇ ਪੰਜਾਬ ਦੇ ਵਿੱਚ ਜੇ ਆਪਾਂ ਦੇਖ ਲਈਏ ਮੌਸਮ, ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਨਾਲ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਵੀਰਵਾਰ ਨੂੰ ਮੀਂਹ ਹੈ ਜਿਹੜਾ ਉਹ ਦਰਜ ਕੀਤਾ ਗਿਆ ਤੇ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਸੀ। ਇੱਕਦਮ ਬੱਦਲਵਾਈ ਤੇ ਮੀਂਹ ਦੇ ਸ਼ਰਾਟੇ ਨੇ ਜਿਹੜੇ ਉਹ ਪੈ ਰਹੇ ਸੀ, ਇੱਕਦਮ ਧੁੱਪ ਨਿਕਲ ਰਹੀ ਸੀ। ਥੋੜੇ ਡਿਸਟੈਂਸ ਤੇ ਅਲੱਗ-ਅਲੱਗ ਮੌਸਮ ਸੀਗਾ। ਜੇ ਇੱਕ ਸੈਕਟਰ ਦੇ ਵਿੱਚ ਮੀਂਹ ਪੈ ਰਿਹਾ ਤਾਂ ਦੂਸਰਾ ਸੈਕਟਰ ਹੈ ਜਿਹੜਾ ਉੱਥੇ ਧੁੱਪ ਚੜੀ ਦੇਖੀ ਗਈ। ਤੇ ਇਸੇ ਤਰ੍ਹਾਂ ਦਾ ਜਿਹੜਾ ਮੌਸਮ ਹੈ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਲਦੀ ਦੇਖਣ ਨੂੰ ਮਿਲ ਸਕਦਾ ਹੈ। ਕਰਨਾਲ ਕਿਸਾਨ ਮੋਰਚਾ, ਪੱਕਾ ਕਿਸਾਨ ਮੋਰਚਾ ਤੀਸਰੇ ਦਿਨ ਵੀ ਲਗਾਤਾਰ ਜਾਰੀ ਰਿਹਾ। 9 ਸਤੰਬਰ ਨੂੰ ਇਸ ਮੋਰਚੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਡਟ ਕੇ ਬੈਠੇ ਰਹੇ। ਹਰਿਆਣੇ ਦੀ ਖੱਟਰ ਸਰਕਾਰ ਨੇ ਕਰਨਾਲ ਦੇ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਪਾਬੰਦੀ 9 ਸਤੰਬਰ ਦੀ ਰਾਤ ਤੱਕ ਫੇਰ ਵਧਾ ਦਿੱਤੀ। ਕਿਸਾਨ ਮਿੰਨੀ ਸਕੱਤਰੇਤ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਜ਼ਿਲ੍ਹਾ ਪ੍ਰਸ਼ਾਸਨ ਨਾਲ ਕਿਸਾਨ ਲੀਡਰਾਂ ਦੀ ਗੱਲਬਾਤ ਦੇ ਕਈ ਦੌਰ ਹੋਏ ਨੇ ਜਿਹੜੇ ਫੇਲ ਹੋ ਚੁੱਕੇ ਨੇ। ਹਾਲਾਂਕਿ ਤੀਜੇ ਦਿਨ ਕੋਈ ਮੀਟਿੰਗ ਨਹੀਂ ਹੋਈ ਹੈ। ਕਿਸਾਨ ਮੋਰਚੇ ਨੇ ਕਿਹਾ ਕਿ ਤੀਸਰੇ ਦਿਨ ਹਰਿਆਣਾ ਦੇ ਕਰਨਾਲ ਮਿੰਨੀ ਸਕੱਤਰੇਤ ਦੇ ਘਿਰਾਓ ਵਿੱਚ ਹਜ਼ਾਰਾਂ ਕਿਸਾਨਾਂ ਨੇ ਹਿੱਸਾ ਲਿਆ ਹੈ। ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੀ ਬੀਜੇਪੀ ਜੇਜੇਪੀ ਸਰਕਾਰ ਵੱਲੋਂ ਇੱਕ ਕਾਤਲ ਅਧਿਕਾਰੀ ਦੀ ਸੁਰੱਖਿਆ, ਪੁਲਿਸ ਵੱਲੋਂ ਹਿੰਸਾ ਦੀ ਇਤਰਾਜ਼ਯੋਗ ਵਰਤੋਂ ਅਤੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਦੇ ਨਤੀਜੇ ਵਜੋਂ ਬੇਸ਼ਰਮੀ ਜਿਹੜੀ ਧਾਰੀ ਹੋਈ ਹੈ ਉਹਦੇ ਯਤਨਾਂ ਤੇ ਸਵਾਲ ਚੁੱਕਦਾ ਹੈ ਸੰਯੁਕਤ ਕਿਸਾਨ ਮੋਰਚਾ। ਮੋਰਚੇ ਨੇ ਕਿਹਾ ਕਿ ਸਰਕਾਰ ਦਾ ਇਹ ਕਹਿਣਾ ਬਿਲਕੁਲ ਵੀ ਉਚਿਤ ਨਹੀਂ ਹੈ ਕਿ ਉਹ ਕਿਸੇ ਅਧਿਕਾਰੀ ਨੂੰ ਮੁਅੱਤਲ ਨਹੀਂ ਕਰ ਸਕਦੀ। ਇਸੇ ਦਰਮਿਆਨ ਕਿਸਾਨ ਮੋਰਚੇ ਨੇ ਵੀ ਦੱਸਿਆ ਕਿ ਹਰਿਆਣਾ ਸਰਕਾਰ ਦੇ ਖਿਲਾਫ ਕਰਨਾਲ ਦੇ ਨਾਲ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਵਿਰੋਧ ਹੈ ਜਿਹੜਾ ਉਹ ਤੇਜ਼ ਹੋ ਗਿਆ। ਮੁੱਖ ਮੰਤਰੀ ਖੱਟਰ ਦਾ ਪੁਤਲਾ ਕਈ ਥਾਵਾਂ ਤੇ ਸਾੜਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਇੱਕ ਉੱਤਰ ਪ੍ਰਦੇਸ਼ ਦੇ ਵਿੱਚ ਲਖਨਊ ਦੇ ਵਿੱਚ ਇੱਕ ਬੈਠਕ ਹੋਈ ਹੈ ਤੇ ਇਹ ਬੈਠਕ ਹੈ ਜਿਹੜੀ 10 ਸਤੰਬਰ ਨੂੰ ਵੀ ਜਾਰੀ ਰਹੇਗੀ। ਭਾਰਤ ਬੰਦ ਦੀਆਂ ਤਿਆਰੀਆਂ ਵੀ ਕਹਿੰਦੇ ਜ਼ੋਰਾਂ ਤੇ ਨੇ। ਕਈ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਸਿਆਸੀ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੇ ਵੀ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਕਿਸਾਨਾਂ ਦੇ ਕਰਨਾਲ ਸੰਘਰਸ਼ ਦੇ ਦਰਮਿਆਨ ਹਰਿਆਣਾ ਦੇ ਜਿਹੜੇ ਗ੍ਰਹਿ ਮੰਤਰੀ ਹੈਗੇ ਨੇ, ਸਿਹਤ ਮੰਤਰੀ ਹੈਗੇ ਨੇ ਅਨਿਲ ਵਿਜ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਕਾਫੀ ਚਰਚਾ ਹੋ ਰਹੀ ਹੈ। ਅਨਿਲ ਵਿਜ ਨੇ ਕਿਹਾ ਕਿ ਅਸੀਂ ਕਹਿਣ ਤੇ ਤਾਂ ਕਿਸੇ ਨੂੰ ਫਾਂਸੀ ਨਹੀਂ ਦੇ ਸਕਦੇ। ਕਿਸਾਨਾਂ ਨੇ ਵੀ ਜਵਾਬ ਦਿੱਤਾ ਹੈ, ਗੁਰਨਾਮ ਸਿੰਘ ਚੜੂਨੀ ਨੇ, ਅਸੀਂ ਉੱਠਣ ਵਾਲੇ ਨਹੀਂ ਹਾਂ। ਦੋਨਾਂ ਲੀਡਰਾਂ ਦੇ ਵਿੱਚ ਆਪਸ ਦੇ ਵਿੱਚ ਤਕਰਾਰ ਹੈ ਬਿਆਨਬਾਜ਼ੀ ਦੇ ਵਿੱਚ ਉਹ ਦੇਖਣ ਨੂੰ ਮਿਲਿਆ ਹੈ। ਅਨਿਲ ਵਿਜ ਨੇ ਕਿਹਾ ਕਿ ਸੂਬਾ ਸਰਕਾਰ ਕਰਨਾਲ ਮਾਮਲੇ ਦੀ ਜਾਂਚ ਕਰਵਾਉਣ ਲਈ ਤਿਆਰ ਹੈ। ਜਾਂਚ ਵਿੱਚ ਐਸਡੀਐਮ ਦੇ ਉਸ ਵਿਵਾਦਿਤ ਹੁਕਮ ਦੀ ਵੀ ਜਾਂਚ ਹੋਵੇਗੀ ਜਿਸ ਨੂੰ ਲੈ ਕੇ ਕਿਸਾਨ ਧਰਨੇ ਤੇ ਬੈਠੇ ਨੇ। ਪਰ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਵਿਜ ਨੇ ਕਿ ਕਿਸੇ ਦੇ ਖਿਲਾਫ ਕੋਈ ਕਾਰਵਾਈ ਐਦਾਂ ਹੀ ਨਹੀਂ ਕੀਤੀ ਜਾ ਸਕਦੀ। ਅਸੀਂ ਕਿਸੇ ਦੇ ਕਹਿਣ ਤੇ ਕਿਸੇ ਨੂੰ ਫਾਂਸੀ ਨਹੀਂ ਦੇ ਸਕਦੇ ਕਿਉਂਕਿ ਦੇਸ਼ ਦੀ ਆਈਪੀਸੀ ਅਲੱਗ ਹੈ, ਕਿਸਾਨ ਵੱਖਰੇ ਨੇ। ਅਜਿਹਾ ਨਹੀਂ ਹੋ ਸਕਦਾ ਕਿ ਸਜ਼ਾ ਹਮੇਸ਼ਾ ਦਿੱਤੀ ਜਾਂਦੀ ਹੈ, ਇਹ ਅਪਰਾਧ ਦੇ ਮੁਤਾਬਿਕ ਦਿੱਤੀ ਜਾਂਦੀ ਹੈ।
ਸਾਨੂੰ ਇਲਜ਼ਾਮਾਂ ਦਾ ਪਤਾ ਲਾਉਣ ਦੇ ਲਈ ਜਾਂਚ ਕਰਨੀ ਹੋਏਗੀ। ਅਸੀਂ ਨਿਰਪੱਖ ਜਾਂਚ ਲਈ ਤਿਆਰ ਹਾਂ, ਪਰ ਅਸੀਂ ਨਾ ਕੇਵਲ ਐਸਡੀਐਮ ਦੀ ਜਾਂਚ ਕਰਾਂਗੇ, ਪੂਰੇ ਕਰਨਾਲ ਮਾਮਲੇ ਦੀ ਜਾਂਚ ਕਰਾਂਗੇ। ਜੇ ਕਿਸਾਨ ਦੋਸ਼ੀ ਨੇ ਜਾਂ ਫਿਰ ਕਿਸਾਨ ਲੀਡਰ ਦੋਸ਼ੀ ਪਾਏ ਗਏ ਤਾਂ ਅਸੀਂ ਉਹਨਾਂ ਦੇ ਖਿਲਾਫ ਵੀ ਉਚਿਤ ਕਾਰਵਾਈ ਕਰਾਂਗੇ। ਸੋ ਸਾਫ਼-ਸਾਫ਼ ਆਪਣੀ ਮਨਸ਼ਾ ਸਰਕਾਰ ਨੇ ਫੇਰ ਦੱਸ ਦਿੱਤੀ ਹੈ। ਹਾਲਾਂਕਿ ਉਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਐਸਡੀਐਮ ਜਿਹੜਾ ਹੈਗਾ ਉਹ ਸਪਸ਼ਟ ਤਰੀਕੇ ਦੇ ਨਾਲ ਸਿਰ ਤੋੜਨ ਦਾ ਹੁਕਮ ਚਾੜ ਰਿਹਾ ਹੈ। ਪੁਲਿਸ ਵਾਲਿਆਂ ਤੋਂ 2-3 ਵਾਰੀ ਉਸ ਦੀ ਜਿਹੜੀ ਹੁਕਮ ਦੀ ਤਾਮੀਲ ਹੋਊਗੀ, ਉਸ ਦਾ ਜਿਹੜਾ ਭਰੋਸਾ ਵੀ ਲੈ ਰਿਹਾ ਹੈ ਕਿ ਤੁਸੀਂ ਹੁਕਮ ਮੰਨੋਗੇ। ਉਹ ਯੈਸ ਸਰ ਕਹਿੰਦੇ ਨੇ ਤੇ ਉਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ। ਉਸ ਦੇ ਵਿੱਚ ਤਸਵੀਰ ਹੈ ਜਿਹੜੀ ਉਹ ਵੀ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਕਿ ਐਸਡੀਐਮ ਆਯੂਸ਼ ਸਿਨਹਾ ਹੈ। ਜੇ ਆਪਾਂ ਇੱਥੇ ਜਿਹੜਾ ਸਰਕਾਰਾਂ ਦੇ ਦੋਹਰੇ ਮਾਪਦੰਡ ਦੀ ਗੱਲ ਕਰ ਲਈਏ, ਜੇ ਕੋਈ ਹੋਰ ਆਮ ਵਿਅਕਤੀ ਹੁੰਦਾ, ਜੇ ਕੋਈ ਕਿਸਾਨ ਹੁੰਦਾ, ਉਸਨੇ ਜਿਹੜਾ ਹੈਗਾ ਕਿਸੇ ਲਈ ਵੀ ਅਜਿਹੇ ਸ਼ਬਦ ਵਰਤੇ ਹੁੰਦੇ ਪੁਲਿਸ ਪ੍ਰਸ਼ਾਸਨ ਦੇ ਲਈ, ਤਾਂ ਉਹ ਹੁਣ ਤੱਕ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੁੰਦਾ। ਪਰ ਇੱਥੇ ਸਰਕਾਰ ਲਗਾਤਾਰ ਬਚਾਅ ਕਰਦੀ ਦਿਖਾਈ ਦੇ ਰਹੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। अब हम किसी के कहने से किसी को फांसी पे तो नहीं चढ़ा सकते। अब हम किसी के कहने से किसी को फांसी पे तो नहीं चढ़ा सकते कि देश का आईपीसी अलग है और किसानों का आईपीसी अलग है। ऐसा तो नहीं हो सकता। और सजा जो दी जाती है हमेशा दोष के अनुरूप दी जाती है और दोष पता करने के लिए जांच करानी पड़ती है। हम निष्पक्ष जांच कराने के लिए तैयार हैं, लेकिन हम खाली एसडीएम की नहीं करवाएंगे, हम सारे करनाल एपिसोड की करवाएंगे। उसमें अगर किसान दोषी होंगे, उनके नेता दोषी होंगे, तो उनके खिलाफ भी जो कार्रवाई बनती होगी वो हम करेंगे। तो उनके खिलाफ भी जो कार्रवाई बनती होगी वो हम करेंगे। इस बयान तो बाद किसान लीडर गुरनाम सिंह चड़ूनी ने भी स्पष्ट कर दिता है कि ਅਸੀਂ ਉੱਠਣ ਵਾਲੇ ਨਹੀਂ ਹਾਂ। ਜਦੋਂ ਤੱਕ ਮੰਗ ਸਾਡੀ ਪੂਰੀ ਨਹੀਂ ਹੁੰਦੀ, ਲੜਾਈ ਜਾਰੀ ਰਹੂਗੀ। ਸਾਡੀਆਂ 3 ਮੰਗਾਂ ਪੂਰੀਆਂ ਕਰਨੀਆਂ ਹੀ ਪੈਣਗੀਆਂ। ਦੋਸ਼ੀ ਅਧਿਕਾਰੀਆਂ ਤੇ ਮੁਕੱਦਮੇ ਚੱਲਣ, ਬਰਖਾਸਤ ਕੀਤਾ ਜਾਵੇ, ਜ਼ਖਮੀ ਕਿਸਾਨਾਂ ਨੂੰ ਮੁਆਵਜ਼ਾ ਮਿਲੇ, ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, 25 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। इतनी आसानी से शायद ये मानने वाले नहीं हैं, लेकिन उठने वाले तो हम भी नहीं हैं। अब ये कब मानेंगे कब नहीं मानेंगे पता नहीं है, लेकिन जब तक नहीं मानेंगे तब तक हमारी लड़ाई जारी रहेगी। जहाँ पे मुख्यमंत्री आ रहा है उससे 15 किलोमीटर दूर पे है, खाली पीटने के लिए ही वहाँ पे गए हैं। और फिर उसके बाद जो गलत तरीके से आदेश दिए उसका मुकदमा दर्ज करने की बात कर रहे हैं। एक ऑफिसर को बचाने के लिए इन्होंने सारे इतनी जनता को परेशान कर दिया। किसान लीडर राकेश टिकैत भी लगातार इस धरने ते डटे हुए ने। टिकैत ने कहा है कि मोदी ते शाह ने गलत थां ते पंगा ले लिया, ਅਸੀਂ ਉਹਨਾਂ ਨੂੰ सबक सिखा देंगे। सरकार ने शायद इत्थों दा भूगोल नहीं पढ़िया, इस इलाके दा इतिहास नहीं पढ़िया। जे इत्थों दी जनता खड़ी होवेगी, सरकारां नूं मूंह दी खानी पवेगी। केंद्र सरकार ते सिद्धा हमला करदिआं टिकैत ने कहा कि ਜਿਹੜੇ गलत कानून बनाए गए ने ਉਹਨਾਂ ਨੂੰ वापस ਲੈਣਾ ही पएगा। किसान सरकार नूं नहीं ਛੱਡਣਗੇ। ਆਪਣੀਆਂ ਪਿਛਲੀਆਂ ਪੀੜ੍ਹੀਆਂ ਦਾ ਜ਼ਿਕਰ ਕਰਦਿਆਂ टिकैत ने ਇਹ ਵੀ ਕਿਹਾ ਕਿ ਸਾਡੇ ਪਿਤਾ ਦਾਦਾ ਜੀ, ਸਾਡੀਆਂ ਪਿਛਲੀਆਂ 10 ਪੀੜ੍ਹੀਆਂ ਵੀ ਇਹੀ ਕੰਮ ਕਰਦੀਆਂ ਰਹੀਆਂ ਨੇ। ਅਸੀਂ ਕੋਈ ਜਾਇਦਾਦ ਇਕੱਠੀ ਨਹੀਂ ਕੀਤੀ, ਅਸੀਂ ਬਿਲਡਿੰਗਾਂ ਨਹੀਂ ਬਣਾਈਆਂ, ਫਾਰਮ ਨਹੀਂ ਬਣਾਏ, ਹਮੇਸ਼ਾ ਅੰਦੋਲਨ ਕੀਤਾ ਤੇ ਜਿੱਤਦੇ ਹੋਏ ਅੱਗੇ ਵਧੇ ਹਾਂ। सरकार उस एक अधिकारी के खिलाफ भी कार्रवाई करने को तैयार नहीं है जिसकी वीडियो पूरे देश में चली। हमने कहा कि उसको सस्पेंड कर दो, डिसमिस कर दो, आपके बस का वो नहीं है, उसके खिलाफ पर्चा दर्ज कर दो। इंक्वायरी किस चीज की? इंक्वायरी तो वीडियो है, इंक्वायरी सब देश ने सुनी है। मुख्यमंत्री उप मुख्यमंत्री के बयान उस पर आए हैं, आपके गवर्नर के बयान उसके ऊपर आए हैं, पूरे प्रिंट मीडिया इलेक्ट्रॉनिक मीडिया में खबरें छपी है। इंक्वायरी किस चीज की? यह है कि सरकार का क्या रवैया है ये तो जानकारी नहीं है, लेकिन यह है कि यह आंदोलन लंबा चलेगा। आंदोलन ये यहां पे भी चलेगा, आंदोलन दिल्ली के बॉर्डरों पे भी रहेगा। जिम्मेदारी ये रहेगी कि यहां पे भी आप लोगों को रहना है और जो दिल्ली के बॉर्डर है वहां पे भी आपको रहना है।
10 ਸਤੰਬਰ ਦਾ ਦਿਨ ਵੀ ਬੜਾ ਅਹਿਮ ਹੈ ਕਿਉਂਕਿ ਕਿਸਾਨ ਲੀਡਰਾਂ ਨੇ ਇਸ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਜਿਹੜੀ ਕਚਹਿਰੀ ਲਾਉਣੀ ਹੈਗੀ ਹੈ, ਜਿਸ ਨੂੰ ਮੀਟਿੰਗ ਵੀ ਕਿਹਾ ਜਾ ਸਕਦਾ ਹੈ। ਕਿਸਾਨ ਲੀਡਰ ਇੱਥੇ ਪਹੁੰਚਣਗੇ, 32 ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ, ਉਹਨਾਂ ਦੇ ਨੁਮਾਇੰਦੇ ਪਹੁੰਚਣਗੇ ਤੇ ਉਹਨਾਂ ਦੇ ਸਾਹਮਣੇ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਵੀ ਪਹੁੰਚਣਗੇ। ਦੋਨਾਂ ਦੇ ਵਿੱਚ ਆਪਸੀ ਵਾਰਤਾਲਾਪ ਹੋਏਗੀ, ਕਿਸਾਨ ਸਵਾਲ ਵੀ ਪੁੱਛਣਗੇ, ਸਿਆਸੀ ਲੀਡਰ ਜਵਾਬ ਦੇਣਗੇ। ਇਸ ਦਰਮਿਆਨ ਬਲਵੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਦੇ ਸੈਕਟਰ 36 ਦੇ ਵਿੱਚ ਪੀਪਲਜ਼ ਕਨਵੈਨਸ਼ਨ ਹਾਲ ਦੇ ਵਿੱਚ ਸਵੇਰੇ 11 ਵਜੇ ਸਿਆਸੀ ਪਾਰਟੀਆਂ ਦੇ ਨਾਲ ਬੈਠਕ ਹੋਵੇਗੀ। ਇਸ ਦੇ ਲਈ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਚਿੱਠੀ ਵੀ ਭੇਜ ਦਿੱਤੀ ਗਈ ਹੈ। 5 ਨੁਮਾਇੰਦੇ ਹਰ ਪਾਰਟੀ ਦੇ ਜਿਹੜੇ ਉਹ ਸ਼ਾਮਿਲ ਹੋਣ ਦੇ ਲਈ ਪਹੁੰਚਣ। ਕਿਸਾਨ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਜਿਹੜਾ ਉਹ ਸ਼ਾਮਿਲ ਹੋਵੇਗਾ। ਕੱਲ ਨੂੰ 11 ਵਜੇ ਚੰਡੀਗੜ੍ਹ ਦੇ ਸੈਕਟਰ 36 ਵਿੱਚ ਪੀਪਲਜ਼ ਕਨਵੈਨਸ਼ਨ ਹਾਲ ਦੇ ਵਿੱਚ ਇੱਕ ਮੀਟਿੰਗ ਸਾਰੀਆਂ ਪਾਰਟੀਆਂ ਨਾਲ ਹੋਵੇਗੀ। ਸਾਰੀਆਂ ਪਾਰਟੀਆਂ ਦੇ ਮੁੱਖ ਆਗੂਆਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਹ ਆਪੋ ਆਪਣੀ ਪਾਰਟੀ ਦੇ 5 ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚਣ, ਤਾਂ ਕਿ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਹਰ ਜਥੇਬੰਦੀ ਆਪਣਾ ਇੱਕ ਨੁਮਾਇੰਦਾ ਭੇਜੇਗੀ। ਚਰਚਾ ਤੋਂ ਬਾਅਦ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਜਾਏਗੀ ਕਿ ਚੋਣਾਂ ਦਾ ਸਮਾਂ ਹਾਲੇ ਬਹੁਤ ਦੂਰ ਪਿਆ ਹੈ, ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਉਹਦੀ ਨੀਤੀ ਘੜੀ ਜਾਵੇਗੀ ਔਰ ਉਹਨਾਂ ਨੂੰ ਉਸ ਲਈ ਅਪੀਲ ਕੀਤੀ ਜਾਵੇਗੀ। ਇਸ ਲਈ ਸਭ ਨੂੰ ਬੇਨਤੀ ਹੈ, ਸਿਆਸੀ ਪਾਰਟੀਆਂ ਦੇ ਆਗੂਆਂ ਨੂੰ, ਕਿ ਉਹ ਅੱਜ ਸ਼ਾਮ ਤੱਕ ਆਪੋ ਆਪਣੇ 5 ਨੁਮਾਇੰਦਿਆਂ ਦੇ ਨਾਂ ਸਾਨੂੰ ਭੇਜ ਦੇਣ ਤਾਂ ਕਿ ਉਹਨਾਂ ਦਾ ਇੰਤਜ਼ਾਮ ਮੀਟਿੰਗ ਦਾ ਠੀਕ ਢੰਗ ਨਾਲ ਕੀਤਾ ਜਾ ਸਕੇ। ਤੇ ਬਲਵੀਰ ਸਿੰਘ ਰਾਜੇਵਾਲ ਨੇ ਇਹ ਕਿਹਾ ਸੀ ਕਿ ਸ਼ਾਮ ਤੱਕ 9 ਸਤੰਬਰ ਦੀ ਸ਼ਾਮ ਤੱਕ ਆਪੋ ਆਪਣੇ ਜਿਹੜੇ ਨੁਮਾਇੰਦਿਆਂ ਦੇ ਨਾਮ ਸਾਨੂੰ ਭੇਜ ਦੇਣ ਤਾਂ ਕਿ ਅਸੀਂ ਬੈਠਣ ਦਾ ਪ੍ਰਬੰਧ ਹੈ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰ ਸਕੀਏ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਆਪਣੇ ਨਾਮ ਭੇਜ ਦਿੱਤੇ ਨੇ, 5 ਨਹੀਂ 4 ਨਾਮ ਭੇਜੇ ਨੇ। ਇਹ ਬੜਾ ਦਿਲਚਸਪ ਸੀ ਜਾਣਨਾ ਕਿ ਸੁਖਬੀਰ ਸਿੰਘ ਬਾਦਲ ਜਾਣਗੇ ਕਿ ਨਹੀਂ ਜਾਣਗੇ, ਕਿਸਾਨ ਲੀਡਰਾਂ ਦੇ ਸਾਹਮਣੇ ਬੈਠਣਗੇ ਜਾਂ ਨਹੀਂ ਬੈਠਣਗੇ। ਤੇ ਸੁਖਬੀਰ ਸਿੰਘ ਬਾਦਲ ਇਸ ਲਿਸਟ ਦੇ ਵਿੱਚ ਸ਼ਾਮਲ ਨਹੀਂ ਹਨ। ਡਾਕਟਰ ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਹੈ ਕਿ 4 ਲੀਡਰਾਂ ਦੀ ਬੈਠਕ ਵਿੱਚ ਜਾਣ ਲਈ ਜਿਹੜੀ ਡਿਊਟੀ ਲਾਈ ਗਈ ਹੈ। ਕਿਸਾਨਾਂ ਦੀ ਚਿੱਠੀ ਮਿਲਣ ਤੋਂ ਬਾਅਦ ਬਲਵਿੰਦਰ ਸਿੰਘ ਭੁੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਿੰਦਰ ਸਿੰਘ ਗਰੇਵਾਲ ਤੇ ਦਲਜੀਤ ਸਿੰਘ ਚੀਮਾ ਖੁਦ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਮੇਰੀ ਡਿਊਟੀ ਲੱਗੀ ਹੈ, ਮੈਂ ਵੀ ਕੱਲ ਉਹਨਾਂ ਦੇ ਨਾਲ ਜਾ ਕੇ ਅਸੀਂ ਜਿਹੜੀ ਮੀਟਿੰਗ ਹੈ ਉਹਨਾਂ ਦੀ ਉਹ ਅਟੈਂਡ ਕਰਾਂਗੇ ਤੇ ਪਾਰਟੀ ਦੇ ਵੱਲੋਂ ਸਾਰਾ ਜਿਹੜਾ ਪੱਖ ਹੈ ਉਹ ਉੱਥੇ ਰੱਖਾਂਗੇ। ਇਹੀ ਅੱਜ ਜਾਣਕਾਰੀ ਹੈ ਜਿਹਦੇ ਵਾਸਤੇ ਤੁਹਾਨੂੰ ਕਿਤੇ ਦਿੱਤੀ। ਧੰਨਵਾਦ। ਜਿਹੜੇ ਮਤਲਬ ਪ੍ਰੋਗਰਾਮ 6 ਦਿਨ ਦੇ ਰੱਦ ਕੀਤੇ ਗਏ ਸੀ, ਰੋਕੇ ਗਏ ਸੀ, ਉਹਨਾਂ ਦਾ ਕੀ ਸਟੇਟਸ ਰਹੇਗਾ? ਉਹ ਤਾਂ ਆਲਰੇਡੀ ਹਾਲੇ ਜਿਹੜੇ ਅਸੀਂ 10 ਤਰੀਕ ਤੱਕ ਕੀਤੇ ਸੀ। ਕੱਲ ਉਹਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਫਿਰ ਅਸੀਂ ਵਿਚਾਰ ਚਰਚਾ ਕਰਕੇ ਹੋਰ ਕੋਈ ਜਿਹੜੀ ਅਗਲੀ ਗੱਲ ਹੈ ਉਹ ਫਿਰ ਮੀਡੀਆ ਦੇ ਨਾਲ ਸਾਂਝੇ ਕਰਾਂਗੇ। ਇਸ ਕਰਕੇ ਜਿਹੜਾ ਫੈਸਲਾ ਹੋਇਆ ਅੱਜ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਸਾਹਿਬ ਦੀ ਕਿ ਮੀਟਿੰਗ ਕੱਲ ਅਸੀਂ ਅਟੈਂਡ ਕਰਾਂਗੇ। 4 ਲੀਡਰਾਂ ਦੇ ਨਾਮ ਅਸੀਂ ਉਹਨਾਂ ਨੂੰ ਭੇਜ ਦਿੱਤੇ ਆ, ਉਹ ਜਾ ਕੇ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਅਟੈਂਡ ਕਰਾਂਗੇ। ਕਿਸਾਨ ਲੀਡਰਾਂ ਦੇ ਵੱਲੋਂ ਹਰਿਆਣਾ ਦੇ ਜਿਹੜੇ 올림픽ਸ ਖਿਡਾਰੀ ਹੈਗੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਏਗਾ। ਸੋਨੀਪਤ ਜ਼ਿਲ੍ਹੇ ਦੇ ਖਰਖੌਦਾ ਦੀ ਅਨਾਜ ਮੰਡੀ ਦੇ ਵਿੱਚ 10 ਸਤੰਬਰ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ 올림픽 ਪੁਰਸਕਾਰ ਜੇਤੂ ਅਤੇ ਅਰਜੁਨ ਦਰੋਣਾਚਾਰੀਆ ਪੁਰਸਕਾਰ ਜੇਤੂ ਖਿਡਾਰੀਆਂ ਦਾ ਸਨਮਾਨ ਜਿਹੜਾ ਕੀਤਾ ਜਾਏਗਾ। ਬਜਰੰਗ ਪੂਨੀਆ, ਰਵੀ ਦਈਆ, ਦੀਪਕ ਪੂਨੀਆ, ਸੁਮੀਤ ਵਾਲਮੀਕੀ ਤੇ ਵਿਨੇਸ਼ ਫੋਗਾਟ ਸਮੇਤ ਕਈ ਹੋਰ ਖਿਡਾਰੀ ਨੇ ਜਿਹੜੇ ਉਹ ਪਹੁੰਚਣਗੇ ਤੇ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਕਿਸਾਨ ਲੀਡਰ ਰਾਕੇਸ਼ ਟਿਕੈਤ, ਯੁੱਧਵੀਰ ਸਿੰਘ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ ਤੇ ਅਭਿਮਨਿਊ ਕੋਹਾੜ ਨੇ ਜਿਹੜੇ ਉਹ ਸਨਮਾਨਿਤ ਕਰਨਗੇ। ਪੰਜਾਬ ਦੇ ਰੋਡਵੇਜ਼ ਮੁਲਾਜ਼ਮਾਂ, ਪਨਬਸ ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਜਾਰੀ ਹੈ। ਤੀਸਰੇ ਦਿਨ ਵੀ ਪ੍ਰਦਰਸ਼ਨ ਜਾਰੀ ਰਿਹਾ। ਹੜਤਾਲ ਦੇ ਚੱਲਦਿਆਂ ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਤਕਰੀਬਨ ਜਾਮ ਹੈ। ਥੋੜੇ ਬਹੁਤੇ ਜਿਹੜੇ ਪੱਕੇ ਮੁਲਾਜ਼ਮ ਨੇ ਉਹ ਬੱਸਾਂ ਚਲਾ ਪਾ ਰਹੇ ਨੇ। ਮੁਲਾਜ਼ਮਾਂ ਦੇ ਵੱਲੋਂ ਸਵੇਰੇ 10 ਵਜੇ ਤੋਂ ਲੈ ਕੇ ਸਾਰੇ ਬੱਸ ਅੱਡੇ ਜਾਮ ਕਰ ਦਿੱਤੇ ਗਏ ਸੀ। ਦੁਪਹਿਰੇ 2 ਵਜੇ ਤੱਕ ਬੰਦ ਰੱਖੇ ਗਏ। ਸਰਕਾਰ ਦੇ ਨਾਲ ਇੱਕ ਦਿਨ ਪਹਿਲਾਂ ਜਿਹੜੀ ਬੈਠਕ ਹੋਈ ਸੀ, ਬੇਸਿੱਟਾ ਰਹਿਣ ਤੋਂ ਬਾਅਦ ਲਗਾਤਾਰ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਸੰਘਰਸ਼ ਨੂੰ ਜਿਹੜਾ ਹੋਰ ਅੱਗੇ ਲਿਜਾਇਆ ਜਾਵੇਗਾ। ਯੂਨੀਅਨ ਦੇ ਵੱਲੋਂ ਪਹਿਲਾਂ 8 ਤੋਂ 12 ਵਜੇ ਤੱਕ ਬੱਸ ਅੱਡੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ, ਪਰ ਡਿਊਟੀ ਤੇ ਜਾਣ ਵਾਲੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਮੇਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ। 10 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸ ਅੱਡੇ ਬੰਦ ਰੱਖੇ ਗਏ। ਪਟਿਆਲਾ, ਜਲੰਧਰ, ਲੁਧਿਆਣਾ, ਬਠਿੰਡਾ, ਮਾਨਸਾ ਸਮੇਤ ਪੰਜਾਬ ਭਰ ਦੇ ਸਾਰੇ ਬੱਸ ਅੱਡਿਆਂ ਨੂੰ ਬੰਦ ਰੱਖਿਆ ਗਿਆ ਇਹਨਾਂ ਘੰਟਿਆਂ ਦੇ ਦਰਮਿਆਨ।
ਕੰਟਰੈਕਟ ਮੁਲਾਜ਼ਮ ਯੂਨੀਅਨ ਦੇ ਲੀਡਰਾਂ ਨੇ ਕਿਹਾ ਕਿ ਅਸੀਂ ਪਿਛਲੇ ਕਈ ਸਾਲ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਾਂ। ਸਰਕਾਰ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਠੇਕੇ ਉੱਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਅਸੀਂ ਮੁਲਾਜ਼ਮ ਹੀ ਨਹੀਂ ਮੰਨਦੇ। ਲੀਡਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਅਸੀਂ ਘਿਰਾਓ ਕਰਾਂਗੇ। 10 ਸਤੰਬਰ ਨੂੰ ਹੈ ਜਿਹੜਾ ਉਹ ਰਿਹਾਇਸ਼ ਦਾ ਘਿਰਾਓ ਕੀਤਾ ਜਾਏਗਾ। ਇਹ ਐਲਾਨ ਬਾਅਦ ਚੋਂ ਕਰ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਦੇ ਮੂਹਰੇ ਕਹਿੰਦੇ ਅਸੀਂ ਪੱਕਾ ਮੋਰਚਾ ਲਾਵਾਂਗੇ। ਹਾਲਾਂਕਿ ਜਦੋਂ 10 ਸਤੰਬਰ ਨੂੰ ਸ਼ੁੱਕਰਵਾਰ ਨੂੰ ਪਹੁੰਚਣਗੇ ਇਹ ਸਾਰੇ ਤਾਂ ਉਹਨਾਂ ਨੂੰ ਸਿਸਵਾ ਫਾਰਮ ਹਾਊਸ ਦੇ ਬਾਹਰ ਤੱਕ ਪਹੁੰਚਣ ਦਿੱਤਾ ਜਾਵੇਗਾ ਜਾਂ ਨਹੀਂ, ਇਹ ਤਾਂ ਇੱਕ ਸਵਾਲ ਹੀ ਹੈ। ਆਮ ਤੌਰ ਤੇ ਸਿਸਵਾ ਫਾਰਮ ਹਾਊਸ ਦੇ ਵੱਲ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ। ਚੰਡੀਗੜ੍ਹ ਪੁਲਿਸ ਪਹਿਲਾਂ ਹੀ ਰੋਕ ਦਿੰਦੀ ਹੈ। ਇਸੇ ਦਰਮਿਆਨ ਜਿਹੜਾ ਵਿਭਾਗ ਹੈਗਾ ਉਸ ਨੇ ਬੁੱਧਵਾਰ ਨੂੰ ਸੂਬੇ ਦੇ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ PRTC ਦੇ ਲਗਭਗ 2048 ਕੰਟਰੈਕਟ ਕਰਮਚਾਰੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਨੇ। ਫਰਮਾਨ ਜਾਰੀ ਕਰ ਦਿੱਤਾ ਕਿ ਵੀਰਵਾਰ ਤੋਂ ਕੰਮ ਤੋਂ ਵਾਪਸ ਆ ਜਾਓ, ਨਹੀਂ ਤਾਂ ਵਿਭਾਗੀ ਕਾਰਵਾਈ ਕੀਤੀ ਜਾਏਗੀ। ਠੇਕੇ ਰੱਦ ਕਰਨ ਦਾ ਡਰਾਵਾ ਵੀ ਦਿੱਤਾ ਗਿਆ ਪਰ ਕਰਮਚਾਰੀ ਕੰਮ ਤੇ ਨਹੀਂ ਪਰਤੇ। ਬੱਸਾਂ ਦਾ ਚੱਕਾ ਜਾਮ ਉਸੇ ਤਰ੍ਹਾਂ ਚੱਲਦਾ ਰਿਹਾ ਤੇ ਕੱਚੇ ਮੁਲਾਜ਼ਮਾਂ ਦੇ ਨਾਲ ਹੜਤਾਲ ਦੀ ਮਾਰ ਹੈ ਜਿਹੜੀ ਉਹ ਰਾਜਪੁਰਾ ਦੇ ਗਗਨ ਚੌਂਕ ਤੇ ਰਿਕਸ਼ਾ ਚਲਾਉਣ ਵਾਲਿਆਂ ਤੇ ਵੀ ਪਈ ਹੈ। ਰਿਕਸ਼ਾ ਚਲਾਉਣ ਵਾਲੇ ਆਪਣੀ ਰੋਜ਼ੀ ਰੋਟੀ ਤੋਂ ਵੀ ਅਸਮਰੱਥ ਨੇ। ਜਿਹੜੇ ਰਿਕਸ਼ਾ ਚਾਲਕ ਕ੍ਰਿਸ਼ਨ ਨਾਮ ਦੇ ਰਿਕਸ਼ਾ ਚਾਲਕ ਨੇ ਦੱਸਿਆ ਕਿ ਸਰਕਾਰੀ ਬੱਸਾਂ ਦੀ ਹੜਤਾਲ ਹੋਣ ਕਰਕੇ ਅਸੀਂ ਵਿਹਲੇ ਹੋ ਗਏ ਹਾਂ, ਕੋਈ ਵੀ ਸਵਾਰੀ ਨਹੀਂ ਮਿਲ ਰਹੀ ਤੇ ਸਾਨੂੰ ਘਰ ਦਾ ਗੁਜ਼ਾਰਾ ਚਲਾਉਣਾ ਜਿਹੜਾ ਉਹ ਮੁਸ਼ਕਿਲ ਹੋ ਰਿਹਾ ਹੈ ਤੇ ਇਹ ਵੀ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ ਤਾਂ ਕਿ ਸਾਨੂੰ ਵੀ ਰੁਜ਼ਗਾਰ ਮਿਲ ਜਾਵੇ। ਬੱਸਾਂ ਬੰਦ ਹੋਣ ਤੇ ਅਸੀਂ ਰੋਟੀ ਤੋਂ ਵੀ ਮੁਤਾਜ ਹੋ ਜਾਂਦੇ ਹਾਂ। ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਦੇ ਨਾਲ ਜੁੜੀ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਹੈ ਜਿਹੜੀ ਉਹ ਕਰਨਾਲ ਮੋਰਚੇ ਤੋਂ ਤੁਹਾਨੂੰ ਦਿਖਾਉਂਦੇ ਹਾਂ ਤੇ ਇਹ ਤਸਵੀਰ ਹੈ ਜਿਹੜੀ ਉਹ ਗੁਰਜੰਟ ਸਿੰਘ ਖਾਲਸਾ ਦੀ ਹੈ। ਉਹੀ ਨੌਜਵਾਨ ਕਰਨਾਲ ਦੇ ਵਿੱਚ ਜਦੋਂ ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ ਸੀ, ਪਿਛਲੇ ਦਿਨੀ ਪਾਣੀ ਦੀਆਂ ਬੁਛਾੜਾਂ ਮਾਰੀਆਂ ਸੀ ਤਾਂ ਗੁਰਜੰਟ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ, ਜ਼ਖਮੀ ਹੋਏ ਸੀ। ਪਰ ਕਿਸਾਨ ਮੋਰਚੇ ਪ੍ਰਤੀ ਉਹਨਾਂ ਦਾ ਜਜ਼ਬਾ ਜਿਹੜਾ ਹੈ ਉਹ ਨਹੀਂ ਖਤਮ ਹੋਇਆ, ਉਸ ਤੋਂ ਵੀ ਵੱਧ ਗਿਆ ਹੈ। ਕਾਬਲੇ ਤਾਰੀਫ ਇਸ ਕਰਕੇ ਹੈ ਕਿਉਂਕਿ ਗੁਰਜੰਟ ਸਿੰਘ ਖਾਲਸਾ ਹਸਪਤਾਲ ਚੋਂ ਸਿੱਧਾ ਧਰਨੇ ਵਾਲੀ ਥਾਂ ਤੇ ਪਹੁੰਚੇ ਨੇ ਘਰ ਜਾਣ ਦੀ ਬਜਾਏ। ਗੁਰਜੰਟ ਨੇ ਕਿਹਾ ਕਿ ਮੇਰੇ ਜ਼ਖਮਾਂ ਨੂੰ ਜਿਹੜਾ 40% ਆਰਾਮ ਮਿਲ ਗਿਆ ਪਰ ਹੌਲੀ-ਹੌਲੀ ਹੈ ਜਿਹੜਾ ਉਹ ਠੀਕ ਹੋ ਜਾਣਗੇ। ਘਰ ਜਾ ਕੇ ਆਰਾਮ ਕਰਨ ਨੂੰ ਜੀ ਨਹੀਂ ਕਰਦਾ ਜਦੋਂ ਸਾਡੇ ਕਿਸਾਨ ਨੇ ਜਿਹੜੇ ਉਹ ਮੋਰਚੇ ਦੇ ਉੱਤੇ ਬੈਠੇ ਨੇ। ਗੁਰਜੰਟ ਦੇ ਹੱਥਾਂ ਵਿੱਚ ਹਾਲੇ ਵੀ ਜਿਹੜੀਆਂ ਇਲਾਜ ਵਾਲੀਆਂ ਸੂਈਆਂ ਗੱਡੀਆਂ ਹੋਈਆਂ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਲਾਠੀ ਚਾਰਜ ਕਰਨ ਵਾਲੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਤੇ ਗੁਰਜੰਟ ਨੂੰ ਭੋਰਾ ਵੀ ਗੁੱਸਾ ਨਹੀਂ ਚੜਿਆ ਹੋਇਆ ਸੀ। ਕਿਹਾ ਕਿ ਇਹ ਵੀ ਆਪਣੇ ਹੀ ਨੇ, ਤਰਸ ਆਉਂਦਾ ਇਹਨਾਂ ਤੇ, ਕੀ ਕਹੀਏ, ਬੇਸ਼ੱਕ ਇਹ ਮਾਰਦੇ ਨੇ ਪਰ ਹੈਗੇ ਤਾਂ ਆਪਣੇ ਹੀ ਨੇ। ਫਖਰ ਦੇ ਨਾਲ ਇਹ ਵੀ ਕਿਹਾ ਕਿ ਸਿੱਖ ਕੌਮ ਨਾ ਕਿਸੇ ਦਾ ਕਦੇ ਮਾੜਾ ਕਰਦੀ ਹੈ ਤੇ ਨਾ ਹੀ ਸੋਚ ਸਕਦੀ ਹੈ। ਮੇਰਾ ਜੀ ਨਹੀਂ ਲੱਗਦਾ ਘਰ ਨਾ, ਮੈਂ ਘਰ ਜਾਣਾ। ਮੈਂ ਤਾਂ ਹਸਪੀਟਲ ਚ ਉੱਠ ਕੇ ਇੱਥੇ ਆ ਗਿਆ ਸੀ ਸਿੱਧਾ। ਅੱਛਾ, ਇਹ ਡਿਪ ਲੱਗੀ ਹੋਈ ਹੈ, ਹੁਣ ਵੀ ਨੀਡਲਸ ਲੱਗੇ ਹੋਏ ਨੇ ਹਨਾ ਹੱਥ ਦੇ ਵਿੱਚ ਤੇ ਆ ਸੱਟ ਲੱਗੀ ਹੋਈ ਆ। ਤਰਸ ਤੇ ਹੁੰਦਾ ਕੀ ਕਰੀਏ, ਹੁਣ ਆਪਣੇ ਨੇ ਵੈਸੇ ਮਾਰਦੇ ਹੀ ਨੇ, ਫਿਰ ਵੀ ਆਪਣਾ ਹੀ ਸਮਝਣਾ ਪੈਣਾ ਆ ਕਿਉਂਕਿ ਅਸੀਂ ਕਦੀ ਵੀ ਕਿਸੇ ਬਾਰੇ ਮਾੜਾ ਨਹੀਂ ਸੋਚ ਸਕਦੇ ਕਿਉਂਕਿ ਸਿੱਖ ਕੌਮ ਇੱਕ ਐਵੇਂ ਦੀ ਹੈਗੀ ਆ ਕਿ ਜਿਹੜੇ ਦੂਜੇ ਦੇ ਬਾਰੇ ਕਦੀ ਨਹੀਂ, ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੀ ਹੈ ਪਰ ਕਿਸੇ ਇਨਸਾਨ ਦੇ ਬਾਰੇ ਐਵੇਂ ਮਾੜਾ ਨਹੀਂ ਸੋਚ ਸਕਦੇ। ਹੁਣ ਲੰਗਰ ਵਿਵਾਦ ਦੀ ਗੱਲ ਕਰ ਲਈਏ ਤਾਂ ਸੁਖਬੀਰ ਸਿੰਘ ਬਾਦਲ ਦੀ ਲੰਗਰ ਮੰਗਣ ਵਾਲੀ ਕਾਲ ਤੋਂ ਗਰਮ ਹੋਏ ਗੁਰਨਾਮ ਸਿੰਘ ਚੜੂਨੀ ਦਾ ਮੂਡ ਹੈ ਜਿਹੜਾ ਉਹ ਥੋੜਾ ਠੀਕ ਹੋਇਆ ਲੱਗ ਰਿਹਾ ਹੈ। ਹਾਲਾਂਕਿ ਇੱਕ ਦਿਨ ਪਹਿਲਾਂ ਤਿੱਖੇ ਸ਼ਬਦਾਂ ਦੇ ਵਿੱਚ ਚੜੂਨੀ ਨੇ ਇਸ ਗੱਲ ਨੂੰ ਸਿਰੇ ਤੋਂ ਰੱਦ ਕੀਤਾ ਸੀ ਕਿ ਉਹਨਾਂ ਨੇ ਸੁਖਬੀਰ ਬਾਦਲ ਨੂੰ ਫੋਨ ਕਰਕੇ ਕਿਸਾਨਾਂ ਦੇ ਲਈ ਲੰਗਰ ਮੰਗਵਾਇਆ ਹੈ। ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੇਸਬੁੱਕ ਪੇਜ ਉੱਤੇ ਕਰਨਾਲ ਵਿੱਚ ਕਮੇਟੀ ਦੇ ਸੇਵਾਦਾਰਾਂ ਦੇ ਵੱਲੋਂ ਲੰਗਰ ਵਰਤਾਉਣ ਦੀਆਂ ਤਸਵੀਰਾਂ ਪਾਈਆਂ ਗਈਆਂ ਨੇ। ਧਰਨੇ ਵਿੱਚ 77 ਪੱਧਰ ਦੇ ਜਿਹੜੇ ਮੋਤਬਰ ਲੀਡਰ ਹੈਗੇ ਨੇ SGPC ਦੇ, ਉਹਨਾਂ ਦੇ ਨਾਲ ਤਸਵੀਰਾਂ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਕਾਫੀ ਚੰਗੇ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ। ਕਰਨਾਲ ਦੇ ਵਿੱਚ ਕਿਸਾਨ ਅੰਦੋਲਨ ਦੌਰਾਨ SGPC ਜੋ ਸੇਵਾਵਾਂ ਨਿਭਾ ਰਹੀ ਹੈ ਉਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਹੋ ਸਕਦਾ ਹੈ ਕਿ ਫੋਨ ਕਾਲ ਦਾ ਜਿਹੜਾ ਮਾਮਲਾ ਸੁਲਝ ਗਿਆ ਹੋਵੇ ਤੇ ਚੜੂਨੀ ਦੀ ਨਾਰਾਜ਼ਗੀ ਵੀ ਕਮੇਟੀ ਨੇ ਦੂਰ ਕਰ ਦਿੱਤੀ ਹੋਵੇ ਕਿਉਂਕਿ ਫੋਨ ਉੱਤੇ ਲੰਗਰ ਮੰਗਣ ਦੀ ਖਬਰ ਹੈ ਜਿਹੜੀ ਉਹ ਜਿੱਥੇ ਚੜੂਨੀ ਦਾ ਮੂਡ ਖਰਾਬ ਕਰ ਰਹੀ ਸੀ ਉੱਥੇ ਹੀ ਸੁਖਬੀਰ ਬਾਦਲ ਵੀ ਕਿਸਾਨਾਂ ਦੇ ਨਿਸ਼ਾਨੇ ਤੇ ਆ ਗਏ ਸੀ। ਹਾਲਾਂਕਿ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਫਿਰ ਕਿਹਾ ਕਿ ਜੇਕਰ ਚੜੂਨੀ ਨੇ ਫੋਨ ਕਰਕੇ ਲੰਗਰ ਮੰਗਿਆ ਤਾਂ ਉਹਨਾਂ ਨੂੰ ਆਪਣੀ ਗੱਲ ਤੋਂ ਮੁੱਕਰਨਾ ਨਹੀਂ ਚਾਹੀਦਾ। ਇਹਦੇ ਨਾਲ ਕੋਈ ਪਾਪ ਥੋੜੀ ਹੋ ਗਿਆ। ਦੇਖੋ ਕੋਈ ਕੀ ਕਹਿੰਦਾ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਵੀ ਆਵਾਜ਼ ਮਾਰੇ, ਕੋਈ ਵੀ, ਅਸੀਂ ਕਦੇ ਲੰਗਰ ਤੋਂ ਮਨਾਹੀ ਨਹੀਂ ਕੀਤੀ। ਚੜੂਨੀ ਸਾਹਿਬ ਵੀ ਸਾਨੂੰ ਫੋਨ ਕਰਦੇ ਰਹੇ ਹੈ, ਸਾਨੂੰ ਪਟਿਆਲੇ ਤੋਂ ਡਾਕਟਰ ਹਰਬੰਸ ਕੇ ਕੀ ਹੁੰਦਾ ਉਹ ਵੀ ਫੋਨ ਕਰਦੇ ਰਹੇ ਹੈ, ਦਰਸ਼ਨਪਾਲ ਜੀ, ਸਾਨੂੰ ਸਾਰੇ ਜਿਹੜੇ ਸੰਯੁਕਤ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਸਭਨਾਂ ਨੇ ਹੀ ਫੋਨ ਕੀਤੇ ਹੈ। ਕੋਈ ਨੇ ਕਿਹਾ ਟਾਇਲਟਸ ਬਣਾ ਦਿਓ, ਕੋਈ ਨੇ ਕਿਹਾ ਵਾਟਰਪ੍ਰੂਫ ਟੈਂਟ ਲਵਾ ਦਿਓ,
ਕਿਸੇ ਨੇ ਕਿਹਾ ਲੰਗਰ ਲਾ ਦਿਓ, ਕਿਸੇ ਨੇ ਬਿਸਤਰੇ ਮੰਗਾਏ, ਕਿਸੇ ਨੇ ਕੁਝ ਕੀਤਾ। ਅਸੀਂ ਕਦੀ ਨਾ ਨਹੀਂ ਕੀਤੀ। ਸਾਨੂੰ ਤੇ ਈਵਨ ਕੋਈ ਕਾਂਗਰਸ ਦੀ ਵੀ ਕੋਈ ਕਹਿ ਦੇਵੇ ਨਾ, ਕੋਈ ਕਾਂਗਰਸੀ ਲੀਡਰ ਵੀ ਫੋਨ ਕਰ ਦੇਵੇ ਵੀ ਇੱਥੇ ਲੰਗਰ ਚਾਹੀਦਾ, ਅਸੀਂ ਤਾਂ ਵੀ ਕਹਿੰਦੇ ਸੇਵਾ ਕਰਨੀ ਹੈ, ਅਸੀਂ ਕਰਨੀ ਹੈ। ਕੋਈ ਬਿਮਾਰ ਅਸੀਂ ਫਰਜ਼ ਨਿਭਾਉਂਦੇ ਆਪਣਾ, ਇਹ ਨਹੀਂ ਕੋਈ ਗੱਲ। ਇਹ ਜੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਉਹਨਾਂ ਨੇ ਕਿਹਾ ਤੇ ਮੁੱਕਰਨਾ ਨਹੀਂ ਚਾਹੀਦਾ, ਫਿਰ ਕੀ ਹੋ ਗਿਆ? ਪਾਪ ਕੀਤਾ ਉਹਨਾਂ ਨੇ, ਉਹਨਾਂ ਦਾ ਹੱਕ ਹੈ ਸਾਡੇ ਉੱਤੇ। ਬੁੱਧਵਾਰ ਨੂੰ ਕਰਨਾਲ ਧਰਨੇ ਤੋਂ ਹੀ ਗੁਰਨਾਮ ਸਿੰਘ ਚੜੂਨੀ ਨੇ ਸਾਫ਼ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਲੰਗਰ ਵਾਸਤੇ ਕਹਿਣ ਦੀ ਸਾਨੂੰ ਕੋਈ ਲੋੜ ਨਹੀਂ ਹੈ। ਵੱਖ-ਵੱਖ ਗੁਰਦੁਆਰੇ ਆਪਣੇ ਆਪ ਸੇਵਾ ਕਰ ਰਹੇ ਨੇ। ਨਾਡਾ ਸਾਹਿਬ ਤੋਂ ਵੀ ਲੰਗਰ ਕਰਨਾਲ ਪਹੁੰਚ ਰਿਹਾ ਹੈ। ਚੜੂਨੀ ਦਾ ਗੁੱਸਾ ਇੰਨਾ ਸੀ ਕਿ ਉਹਨਾਂ ਸਿੱਧਾ ਕਿਹਾ ਕਿ ਬਾਦਲ ਸਾਹਿਬ ਕੋਈ ਠੇਕੇਦਾਰ ਨਹੀਂ ਹੈਗੇ ਗੁਰਦੁਆਰਿਆਂ ਦੇ, ਉਹਨਾਂ ਦੇ ਕਹਿਣ ਤੇ ਹੀ ਲੰਗਰ ਆਊਗਾ ਤੇ ਨਾ ਹੀ ਮੇਰੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਹੈ, ਮਿੱਤਰਤਾ ਹੈ ਤੇ ਨਾ ਹੀ ਮੇਰੇ ਕੋਲੇ ਉਹਨਾਂ ਦਾ ਕੋਈ ਫੋਨ ਨੰਬਰ ਹੀ ਹੈਗਾ ਜਿਹੜਾ ਮੈਂ ਉਹਨਾਂ ਨੂੰ ਫੋਨ ਕਰੂੰਗਾ। ਮੈਂ ਕੋਈ ਫੋਨ नहीं किया। ये गल 100% झूठ हैगी है। सुखबीर बादल साहब का, और उसने कहा है कि गुरनाम सिंह ने मेरे को कल फोन किया था कि गुरुद्वारा साहिब से लंगर करनाल में भिजवाया जाए। तो वो क्यों बयान दिया, उसके पीछे क्या मनसा थी, परमात्मा जाने। मैंने अभी तक बयान सुना नहीं है, लेकिन मीडिया वालों ने भी मेरे से आते आते कई सवाल कर लिए कि उन्होंने ऐसा बयान दिया है। क्या आपकी कोई बात हुई थी? वो क्या दर्शाना चाहते हैं मेरे को नहीं पता, लेकिन गुरुद्वारे वाले हमारी खुद सेवा कर रहे हैं, हमें फोन करने की क्या जरूरत थी बादल साहब को? क्या लंगर के लिए बादल साहब को फोन करेंगे? और क्या बादल साहब सारे गुरुद्वारे के कोई ठेकेदार थोड़ा ही हो गए हैं कि उन्हीं के कहने से लंगर आएगा? ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣੀ ਸਰਕਾਰ ਨੂੰ ਛੱਡ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਲਾਇਆ। ਸਿੱਧਾ ਕਿਹਾ ਕਿ ਐਨਡੀਏ ਦਾ ਮਤਲਬ ਹੈ ਨੋ ਡੇਟਾ ਅਵੇਲੇਬਲ, क्योंकि एनडीए सरकार दे वल्लों किसानां, लेबर अते छोटे व्यापारियों के बारे कोई भी आंकड़े नहीं दसे गए। सरकार सिर्फ अपने अमीर कारपोरेट दोस्तों बारे ही जानती है जिन्हां दा कर्जा ही माफ करती है, जिन्हां दे जहाज़ां दे विच यात्रा करते हैं, जो अपनियां नीतियां बनाउंदे ने। सरकार उन्हां नीतियां नूं लागू करती है, जिवें कि 3 खेती कानून, जिन्हां दा लाभ सिर्फ जिहड़ा 1% किसानां नूं भी नहीं हुंदा, 0.1% किसानां नूं ही हुंदा है ਤੇ 70% ਭਾਰਤੀਆਂ ਨੂੰ ਲੁੱਟਿਆ ਜਾ ਰਿਹਾ ਹੈ। ਸਿੱਧੂ ਨੇ ਅੰਕੜੇ ਦੱਸਦਿਆਂ ਕਿਹਾ ਫਾਰਮਰਸ ਇਨਕਮ ਜੇ ਪੁੱਛੋ ਸਰਕਾਰ ਨੂੰ ਨੋ ਡੇਟਾ ਅਵੇਲੇਬਲ, ਫਾਰਮਰ ਸੁਸਾਈਡ ਨੋ ਡੇਟਾ ਅਵੇਲੇਬਲ, ਜੌਬ ਲਾਸ ਨੋ ਡੇਟਾ ਅਵੇਲੇਬਲ। ਕਿ ਐਨਡੀਏ ਦਾ ਮਤਲਬ ਹੀ ਹੁਣ ਇਹ ਹੈ ਕਿ ਇਹਨਾਂ ਕੋਲੇ ਕੋਈ ਡੇਟਾ ਅਵੇਲੇਬਲ ਹੀ ਨਹੀਂ ਹੈ, ਮੌਜੂਦ ਹੀ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਮੋਦੀ ਸਰਕਾਰ ਕਹਿੰਦੀ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਅਸੀਂ ਕਰਨਾ ਚਾਹੁੰਦੇ ਹਾਂ, ਪਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਮੁਤਾਬਿਕ ਖੇਤੀਬਾੜੀ ਵਿਭਾਗ ਦੇ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਦਰਸਾਉਣ ਦਾ ਕੋਈ ਅੰਕੜਾ ਹੀ ਨਹੀਂ ਹੈ। ਇਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ। ਇਹ ਉਹਨਾਂ ਦੇ ਬਿਆਨ ਨੇ ਜਿਹੜੇ ਉਹ ਤੁਸੀਂ ਕੱਢ ਕੇ ਸੁਣ ਸਕਦੇ ਹੋ। ਕਹਿੰਦੇ ਆਖਰੀ ਸਰਵੇ ਹੈ ਜਿਹੜਾ ਅਜਿਹਾ ਉਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੀਤਾ ਗਿਆ ਸੀ। ਜੇਕਰ ਮੋਦੀ ਸਰਕਾਰ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅੰਕੜਾ ਨਹੀਂ ਹੈ, ਤਾਂ ਤੁਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਜੁਮਲੇ ਨੇ ਜਿਹੜੇ ਉਹ ਕਿਉਂ ਛੱਡੇ ਨੇ? ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟਾਂ ਬਾਰੇ ਤਾਂ ਤੁਸੀਂ ਸਾਰਾ ਕੁਝ ਜਾਣਦੇ ਹੋ, ਪਰ ਤੁਸੀਂ ਕਿਸਾਨਾਂ ਬਾਰੇ ਕੁਝ ਵੀ ਨਹੀਂ ਜਾਣਦੇ। ਨਵਜੋਤ ਸਿੰਘ ਸਿੱਧੂ ਨੇ ਐਮਐਸਪੀ ਹੋਵੇ ਜਾਂ ਮਹਿੰਗਾਈ ਹੋਵੇ ਸਾਰੀਆਂ ਚੀਜ਼ਾਂ ਤੇ ਗੱਲ ਕੀਤੀ ਹੈ। ਤੇਲਾਂ ਦੀ ਗੱਲ ਕੀਤੀ ਹੈ। ਸਰੋਂ ਦਾ ਤੇਲ 1 ਸਾਲ ਵਿੱਚ 174% ਵਧਿਆ ਹੈ। ਸੱਚਮੁੱਚ ਇਸ ਵਾਧੇ ਨੇ ਤਾਂ ਹਰ ਇੱਕ ਦੇ ਘਰ ਤੇ ਮਾਰ ਪਾਈ ਹੈ। ਡੀਏਪੀ ਖਾਦ ਹੈ ਜਿਹੜੀ 140% ਮਹਿੰਗੀ ਹੋ ਗਈ ਹੈ। ਸੂਰਜਮੁਖੀ ਦਾ ਤੇਲ 170% ਮਹਿੰਗਾ ਹੋ ਗਿਆ। ਐਲਪੀਜੀ ਸਿਲੰਡਰ 9 ਮਹੀਨਿਆਂ ਦੇ ਵਿੱਚ 190 ਰੁਪਏ ਵੱਧ ਗਿਆ ਹੈ। ਇਹ ਸਾਰੇ ਅੰਕੜੇ ਨੇ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਨੇ ਗਿਣਵਾਏ ਨੇ ਤੇ ਨਾਲ ਹੀ ਆਪਣੇ ਸੂਬੇ ਦੇ ਵਿੱਚ ਹੀ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਰੱਜ ਕੇ ਵਰੇ ਨੇ। ਇਸ ਵਾਰੀ ਉਹਨਾਂ ਨੇ ਆਪਣੀ ਸਰਕਾਰ ਦੀ ਗੱਲ ਨਹੀਂ ਕੀਤੀ, ਨਾ ਹੀ ਨਿਸ਼ਾਨੇ ਤੇ ਲਿਆ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਜੇਕਰ ਤੁਹਾਡੇ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਆંકੜਾ ਨਹੀਂ, ਤਾਂ ਤੁਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜੁਮਲਾ ਛੱਡ ਕੇ ਇਹ ਖੇਤੀ ਕਾਨੂੰਨ ਕਿਵੇਂ ਬਣਾਏ? ਇਹ ਵੱਡਾ ਸਵਾਲ ਹੈ। ਤੁਸੀਂ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟਾਂ ਬਾਰੇ ਸਭ ਕੁਝ ਜਾਣਦੇ ਹੋ, ਜਿਨ੍ਹਾਂ ਦੇ ਹਵਾਈ ਜਹਾਜ਼ਾਂ ਦੇ ਵਿੱਚ ਤੁਸੀਂ ਘੁੰਮਦੇ ਹੋ, ਜਿਹੜੇ ਤੁਹਾਡੀ ਕੰਪੇਨ ਰਨ ਕਰਦੇ ਆ, ਹਰ ਆંકੜਾ ਉਹਨਾਂ ਬਾਰੇ ਤੁਹਾਨੂੰ ਪਤਾ ਹੈ। ਨਿਰਮਾਣ ਅਤੇ ਸੇਵਾ ਖੇਤਰ ਪਹਿਲਾਂ ਹੀ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਹੈ। ਹੁਣ ਤੁਹਾਡੀ ਨਜ਼ਰ ਖੇਤੀਬਾੜੀ ਖੇਤਰ ਤੇ ਹੈ, ਜੋ ਇਸ ਸਮੇਂ ਸਭ ਤੋਂ ਵੱਧ ਲਾਹੇਵੰਦ ਧੰਦਾ ਹੈ।
2022 ਉਹ ਸਨ ਹੈ ਜਿੱਥੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਮੋਦੀ ਸਰਕਾਰ ਦੁਆਰਾ ਅੱਜ ਜਿਹੜੀ MSP ਅਨਾਉਂਸ ਕੀਤੀ ਗਈ ਹੈ ਉਹ 12 ਸਾਲਾਂ ਨੂੰ ਅਗਰ ਦੇਖਿਆ ਜਾਏ ਸਭ ਤੋਂ ਘੱਟ 2% ਭਾਵ 40 ਰੁਪਏ ਵਾਧਾ ਕੀਤਾ ਗਿਆ ਹੈ। ਹੁਣ ਮੈਂ ਲਾਗਤ ਤੇ ਆਉਣਾ। ਜਦੋਂ ਤੁਸੀਂ ਲਾਗਤ ਨੂੰ ਦੇਖਦੇ ਹੋ ਤੇ ਅਪ੍ਰੈਲ 2020 ਦੇ ਵਿੱਚ ਡੀਜ਼ਲ ਦਾ ਰੇਟ 63 ਰੁਪਏ ਪ੍ਰਤੀ ਲੀਟਰ ਸੀ। ਮੌਜੂਦਾ ਦਰ 92 ਰੁਪਏ ਪ੍ਰਤੀ ਲੀਟਰ, ਯਾਨੀ ਕਿ ਜਿਹੜੀ ਲਾਗਤ ਵਧੀ ਹੈ ਉਹ ਡੀਜ਼ਲ ਦੇ ਉੱਤੇ ਇਕੱਲੇ 48% ਇੱਕ ਸਾਲ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਕਿਸੇ ਇੱਕ ਸਾਲ ਦੇ ਵਿੱਚ 30 ਰੁਪਏ ਡੀਜ਼ਲ ਵਧਿਆ ਹੋਵੇ। ਚਲੋ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ 2014 ਚ ਔਰ ਮੋਦੀ ਸਰਕਾਰ ਆਈ ਹੈ ਤੇ ਡੀਜ਼ਲ ਦੇ ਰੇਟ 50 ਤੋਂ ਥੋੜੇ ਜਿਹੇ ਉੱਤੇ 53 ਰੁਪਏ ਸੀ। ਦਿੱਲੀ ਤੋਂ ਇੱਕ ਖਬਰ ਹੈ ਜਿੱਥੇ ਜੰਮੂ ਕਸ਼ਮੀਰ ਵਿਧਾਨ ਪਰਿਸ਼ਦ ਦੇ ਸਾਬਕਾ ਮੈਂਬਰ ਅਤੇ ਨੈਸ਼ਨਲ ਕਾਨਫਰੰਸ ਦੇ ਲੀਡਰ ਤਰਲੋਚਨ ਸਿੰਘ ਵਜ਼ੀਰ ਦੀ ਲਾਸ਼ ਪੱਛਮੀ ਦਿੱਲੀ ਦੇ ਮੋਤੀ ਨਗਰ ਦੇ ਫਲੈਟ ਤੋਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ 67 ਸਾਲਾ ਵਜ਼ੀਰ ਦੀ ਲਾਸ਼ ਗਲ ਸੜ ਚੁੱਕੀ ਸੀ। ਪੱਛਮੀ ਦਿੱਲੀ ਦੇ ਪੁਲਿਸ ਕਮਿਸ਼ਨਰ ਉਰਵਿਜਾ ਗੋਇਲ ਨੇ ਕਿਹਾ ਕਿ ਮੋਤੀ ਨਗਰ ਪੁਲਿਸ ਸਟੇਸ਼ਨ ਨੂੰ ਲਾਸ਼ ਬਾਰੇ ਜਾਣਕਾਰੀ ਮਿਲੀ ਸੀ। ਟੀਮ ਨੇ ਮੌਕੇ ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ। ਪਛਾਣ ਤਰਲੋਚਨ ਸਿੰਘ ਵਜ਼ੀਰ ਵਜੋਂ ਉਹਨਾਂ ਦੇ ਇੱਕ ਜਾਣਕਾਰ ਨੇ ਹੀ ਕੀਤੀ ਹੈ। ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲੱਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪਰਿਵਾਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਸੋ ਭੇਦ ਭਰੀ ਹਾਲਾਤ ਦੇ ਵਿੱਚ ਜਿਹੜੀ ਲਾਸ਼ ਮਿਲੀ ਹੈ ਉਸ ਬਾਰੇ ਹੁਣ ਪੁਲਿਸ ਜਾਂਚ ਕਰੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਕੈਪਟਨ ਦੇ ਵਿਰੁੱਧ ਲੁਧਿਆਣਾ ਅਦਾਲਤ ਵਿੱਚ ਲੰਬਿਤ ਕਹਿ ਲਈਏ ਕਿ ਲਟਕਿਆ ਜਿਹੜਾ ਆਮਦਨ ਟੈਕਸ ਨਾਲ ਸੰਬੰਧਿਤ ਕੇਸ ਦਾ ਰਿਕਾਰਡ ਈਡੀ ਨੂੰ ਸੌਂਪਣ ਦੀ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਆਮਦਨ ਕਰ ਵਿਭਾਗ ਤੇ ਈਡੀ ਨੂੰ ਨੋਟਿਸ ਜਾਰੀ ਕਰਕੇ ਤਲਬ ਵੀ ਕਰ ਲਿਆ। ਕੈਪਟਨ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਆਮਦਨ ਕਰ ਵਿਭਾਗ ਦੀ ਸ਼ਿਕਾਇਤ ਤੇ ਇਹ ਕੇਸ 2016 ਤੋਂ ਲੁਧਿਆਣਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਈਡੀ ਨੇ ਅਦਾਲਤ ਤੋਂ ਮਾਮਲੇ ਦੇ ਰਿਕਾਰਡ ਦੀ ਜਾਂਚ ਕਰਨ ਦੀ ਇਜਾਜ਼ਤ ਮੰਗੀ ਸੀ। ਈਡੀ ਦੀ ਮੰਗ ਨੂੰ ਮੰਨਦਿਆਂ ਲੁਧਿਆਣਾ ਅਦਾਲਤ ਨੇ 18 ਸਤੰਬਰ 2020 ਨੂੰ ਇਸ ਦੀ ਪ੍ਰਵਾਨਗੀ ਦੇ ਦਿੱਤੀ ਸੀ। ਇਸ ਫੈਸਲੇ ਵਿਰੁੱਧ ਉਹਨਾਂ ਦੀ ਅਪੀਲ ਵਧੀਕ ਸੈਸ਼ਨ ਜੱਜ ਨੇ 2 ਸਤੰਬਰ ਨੂੰ ਖਾਰਜ ਕਰ ਦਿੱਤੀ ਸੀ ਤੇ ਕੈਪਟਨ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ 18 ਸਤੰਬਰ 2020 ਦੇ ਹੁਕਮਾਂ ਤੇ ਪਿਛਲੇ 2 ਸਤੰਬਰ ਨੂੰ ਜਾਰੀ ਅਪੀਲ ਤੇ ਹੁਕਮ ਰੱਦ ਕਰੇ ਤੇ ਆਖਿਰਕਾਰ ਰਾਹਤ ਕੈਪਟਨ ਨੂੰ ਮਿਲ ਗਈ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਸਵਾਲ ਜਿਹੜੇ ਆਪਦੇ ਲੀਡਰ ਤਾਂ ਉਠਾ ਹੀ ਰਹੇ ਨੇ, ਚੁੱਕ ਹੀ ਰਹੇ ਨੇ, ਵਰਕਰ ਵੀ ਰੌਲਾ ਪਾ ਰਹੇ ਨੇ, ਭਗਵੰਤ ਮਾਨ ਵੀ ਅੰਦਰ ਖਾਤੇ ਜਿਹੜਾ ਹੈ ਉਹ ਜੁਗਤਾਂ ਘੜਨ ਦੇ ਵਿੱਚ ਲੱਗੇ ਹੋਏ ਨੇ। ਪਰ ਹੁਣ ਦੂਸਰੀਆਂ ਪਾਰਟੀਆਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਬਾਰੇ ਗੱਲ ਕਰਨ ਤੋਂ ਪਹਿਲਾਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੁਹਾਡੇ ਕੋਲ ਮੁੱਖ ਮੰਤਰੀ ਦਾ ਚਿਹਰਾ ਤਾਂ ਹੈ ਨਹੀਂ, ਤੁਸੀਂ ਪਹਿਲਾਂ ਆਪਣਾ ਚਿਹਰਾ ਦੱਸੋ ਕਿ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਕਹਿੰਦੇ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਕਲੇਸ਼ ਤੋਂ ਧਿਆਨ ਭਟਕਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਲੀਡਰ ਸਾਡੇ ਬਾਰੇ ਪੁੱਠੇ ਸਿੱਧੇ ਬਿਆਨ ਦੇ ਰਹੇ ਨੇ। ਅਸਲੀਅਤ ਇਹ ਹੈ ਕਿ ਪੰਜਾਬ ਤੇ ਵੀ ਦਿੱਲੀ ਦੀ ਲੀਡਰਸ਼ਿਪ ਨੇ ਕਬਜ਼ਾ ਕੀਤਾ ਹੋਇਆ। ਪਿਛਲੀਆਂ ਚੋਣਾਂ ਵੇਲੇ ਦਾ ਟੋਲਾ ਹੁਣ ਪੰਜਾਬ ਦੇ ਵਿੱਚ ਆ ਕੇ ਬਹਿ ਗਿਆ। ਆਮ ਆਦਮੀ ਪਾਰਟੀ ਤੇ ਸਵਾਲ ਉੱਠ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਲੀਡਰ ਕਾਂਗਰਸ ਤੇ ਸਵਾਲ ਚੁੱਕ ਰਹੇ ਨੇ। ਪਰ ਇਹ ਮਸਲਾ ਹੈ ਰੋਡਵੇਜ਼ ਕਾਮਿਆਂ ਦੀ, ਕੱਚੇ ਕਾਮਿਆਂ ਦੀ ਹੜਤਾਲ ਦਾ। ਆਮ ਆਦਮੀ ਪਾਰਟੀ ਨੇ ਸੂਬਾ ਪੱਧਰੀ ਹੜਤਾਲ ਦਾ ਸਮਰਥਨ ਕੀਤਾ ਹੈ। ਹੜਤਾਲੀ ਟਰਾਂਸਪੋਰਟ ਵਰਕਰਾਂ ਦੇ ਹੱਕ ਵਿੱਚ ਖੜਦਿਆਂ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਟਰਾਂਸਪੋਰਟ ਮਾਫੀਆ ਦੇ ਨਾਲ ਮਿਲ ਕੇ ਸਰਕਾਰੀ ਬੱਸ ਸੇਵਾ ਨੂੰ ਖਤਮ ਕਰ ਰਹੀ ਹੈ। ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਵਿੱਚ ਨਿੱਜੀ ਟਰਾਂਸਪੋਰਟ ਮਾਫੀਆ ਨੂੰ ਪ੍ਰਫੁੱਲਿਤ ਕਰਨ ਦੇ ਲਈ ਕਾਂਗਰਸ ਸਰਕਾਰ ਉਸੇ ਤਰ੍ਹਾਂ ਸਰਕਾਰੀ ਟਰਾਂਸਪੋਰਟ ਦਾ ਬੇੜਾ ਡੋਬ ਰਹੀ ਹੈ ਜਿਵੇਂ ਪਿਛਲੀ ਬਾਦਲ ਸਰਕਾਰ ਨੇ ਡੋਬਿਆ ਸੀ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਸੋਮ ਪ੍ਰਕਾਸ਼ ਨੇ ਮੰਗ ਕੀਤੀ ਹੈ ਕਿ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ। ਫਗਵਾੜਾ ਕਪੂਰਥਲਾ ਜ਼ਿਲ੍ਹੇ ਦਾ ਹਿੱਸਾ ਹੈ ਤੇ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਪੰਜਾਬ ਤੋਂ ਸੰਸਦ ਮੈਂਬਰ ਹੈਗੇ ਨੇ ਤੇ ਮੋਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਹੈਗੇ ਨੇ। ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਮੀਡੀਆ 'ਚ ਇਹ ਖਬਰ ਆਈ ਹੈ ਕਿ ਪੰਜਾਬ ਸਰਕਾਰ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਬਾਰੇ ਸੋਚ ਰਹੀ ਹੈ ਤਾਂ ਫਿਰ ਫਗਵਾੜਾ ਬਾਰੇ ਵੀ ਸੋਚੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਨੌਜਵਾਨ ਪੱਖੀ ਪਹਿਲ ਕਦਮੀਆਂ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਅਸਲ ਉਤਾੜ ਵਿੱਚ ਸਥਾਈ ਸੀ ਪਾਈਪ ਕੈਂਪ ਦਾ ਡਿਜੀਟਲ ਰੂਪ ਦੇ ਵਿੱਚ ਨੀਂਹ ਪੱਥਰ ਰੱਖਿਆ ਤਾਂ ਕਿ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਪਰਮਵੀਰ ਚੱਕਰ ਜੇਤੂ ਕੰਪਨੀ ਕੁਆਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਦੀ ਲਾਮਿਸਾਲ ਸੁਰਮਗਤੀ ਨੂੰ ਸਿਜਦਾ ਕਰਨ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਫੌਜ ਅਤੇ ਅਰਧ ਸੈਨਿਕ ਬਲਾਂ ਦੇ ਵਿੱਚ ਢੁਕਵੀਂ ਸਿਖਲਾਈ ਹੈ ਜਿਹੜੀ ਉਹ ਦਿੱਤੀ ਜਾ ਸਕੇ, ਯਾਨੀ ਕਿ ਇੱਥੇ ਹੁਣ ਸੀ ਪਾਈਟ ਕੈਂਪ ਦੇ ਵਿੱਚ ਨੌਜਵਾਨ ਪੰਜਾਬ ਦੇ ਸਿਖਲਾਈ ਲੈ ਸਕਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬਾ ਪੱਧਰੀ ਰੁਜ਼ਗਾਰ ਮੇਲੇ ਦਾ ਉਦਘਾਟਨ ਵੀ ਕੀਤਾ। 7ਵਾਂ ਸੂਬਾ ਪੱਧਰੀ ਰੁਜ਼ਗਾਰ ਮੇਲਾ ਕੈਪਟਨ ਸਰਕਾਰ ਦੇ ਵੱਲੋਂ ਲਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਜਾਬ ਭਰ ਦੇ ਵਿੱਚ 2.5 ਲੱਖ ਅਸਾਮੀਆਂ ਭਰਨ ਦਾ ਟੀਚਾ ਰੱਖਿਆ ਗਿਆ ਹੈ। ਸੋ ਤੁਸੀਂ ਜਿਹੜੇ ਵੀ ਸਾਡੇ ਦਰਸ਼ਕ ਖਬਰਾਂ ਸੁਣ ਰਹੇ ਹੋ, ਤੁਸੀਂ ਜ਼ਰੂਰ ਦੱਸਿਓ ਕਿ ਕਿਹੜੇ-ਕਿਹੜੇ ਨੌਜਵਾਨਾਂ ਨੂੰ ਕਿੱਥੇ-ਕਿੱਥੇ ਨੌਕਰੀ ਹੈ ਜਿਹੜੀ ਉਹ ਕੈਪਟਨ ਸਰਕਾਰ ਨੇ ਦਿੱਤੀ ਹੈ, ਕਿਉਂਕਿ ਵਾਅਦਾ ਬੜਾ ਹੀ ਰੌਲਾ ਪਾ ਕੇ ਕੀਤਾ ਸੀ ਹਰ ਘਰ ਦੇ ਵਿੱਚ ਰੁਜ਼ਗਾਰ ਤੇ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਦਾ ਰੁਜ਼ਗਾਰ ਹੈ ਜਿਹੜਾ ਇਹ ਦਿੱਤਾ ਜਾਊਗਾ। ਤੇ ਤੁਸੀਂ ਜ਼ਰੂਰ ਦੱਸਿਓ ਕਿ ਕਿੰਨੇ ਨੌਜਵਾਨਾਂ ਨੂੰ ਕੈਪਟਨ ਸਰਕਾਰ ਦੇ ਵੱਲੋਂ ਨੌਕਰੀ ਮਿਲੀ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ 21 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਨੇ। ਇੱਕ ਮੈਡੀਸਨ ਸਪੈਸ਼ਲਿਸਟ, 9 ਐਨਥੀਸੀਆ ਸਪੈਸ਼ਲਿਸਟ, 4 ਪੀਡੀਆਟ੍ਰਿਕਸ ਤੇ 3 ਇਸਤਰੀ ਰੋਗਾਂ ਦੇ ਮਾਹਿਰ ਤੇ ਹੋਰ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਦੀ ਨਿਯੁਕਤੀ ਹੈ ਜਿਹੜੀ ਕੀਤੀ ਗਈ ਹੈ। ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥੀਂ ਸ਼ਾਹੀ ਪਕਵਾਨ ਬਣਾ ਕੇ ਖਿਡਾਰੀਆਂ ਨੂੰ ਛਕਾਏ ਸੀਗੇ, ਉਹਨਾਂ ਨੂੰ ਪਰੋਸੇ ਸੀਗੇ, ਆਪਣੇ ਫਾਰਮ ਹਾਊਸ ਤੇ ਬੁਲਾਇਆ ਸੀ ਤੇ ਹੁਣ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪੈਰਾਲੰਪਿਕਸ ਟੀਮ ਨੂੰ ਆਪਣੇ ਘਰੇ ਸਨਮਾਨਿਤ ਕੀਤਾ, ਬੁਲਾਇਆ ਤੇ ਉਹਨਾਂ ਨਾਲ ਲੰਗਰ ਪਾਣੀ ਛਕਿਆ, ਰੋਟੀ ਖਾਧੀ। ਭਾਰਤੀ ਪੈਰਾ ਐਥਲੀਟ ਟੋਕੀਓ ਤੋਂ 5 ਸੋਨਾ, 8 ਚਾਂਦੀ ਤੇ 6 ਕਾਂਸੇ ਦੇ ਤਗਮਿਆਂ ਨਾਲ ਕੁੱਲ 19 ਤਗਮਿਆਂ ਦੇ ਨਾਲ ਭਾਰਤ ਪਰਤੇ ਨੇ। ਅਮਰੀਕਾ ਦੀ ਆਟੋ ਕੰਪਨੀ ਫੋਰਡ ਮੋਟਰਸ ਦੇ ਵੱਲੋਂ ਭਾਰਤ ਵਿੱਚ ਆਪਣੇ 2 ਪਲਾਂਟ ਬੰਦ ਕਰਨ ਦਾ ਫੈਸਲਾ ਲਿਆ ਗਿਆ, ਜਿਹਦੇ ਨਾਲ 4800 ਮੁਲਾਜ਼ਮ ਨੇ ਜਿਹੜੇ ਉਹ ਬੇਰੁਜ਼ਗਾਰ ਹੋ ਜਾਣਗੇ। ਭਾਰਤ ਦੇ ਵਿੱਚ 2 ਜਿਹੜੇ ਪਲਾਂਟ ਹੈਗੇ ਨੇ ਚੇਨਈ ਤੇ ਸਾਨੰਦ ਵਿਚਲੇ, ਉਹ ਕੰਪਨੀ ਬੰਦ ਕਰਨ ਜਾ ਰਹੀ ਹੈ। ਚੇਨਈ ਤਾਮਿਲਨਾਡੂ ਤੇ ਸਾਨੰਦ ਗੁਜਰਾਤ ਦੇ ਵਿੱਚ ਬਣਿਆ ਹੋਇਆ। ਇਹਦੇ ਵਿੱਚ 2.5 ਅਰਬ ਡਾਲਰ ਦਾ ਨਿਵੇਸ਼ ਹੈ ਜਿਹੜਾ ਉਹ ਕੰਪਨੀ ਨੇ ਕੀਤਾ ਹੋਇਆ। ਇਹਨਾਂ ਪਲਾਂਟਾਂ ਦੇ ਵਿੱਚ ਈਕੋਸਪੋਰਟ, ਫਿਗੋ ਤੇ ਐਸਪਾਇਰ ਵਰਗੇ ਵਾਹਨਾਂ ਦਾ ਉਤਪਾਦਨ ਹੈ ਜਿਹੜਾ ਉਹ ਕੰਪਨੀ ਬੰਦ ਕਰ ਦੇਊਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਤੀ ਪਤਨੀ ਜਾਂ ਫਿਰ ਜੋੜਿਆਂ ਦੇ ਨਾਲ ਜੁੜੇ ਹੋਏ ਇੱਕ ਮਾਮਲੇ ਤੇ ਇੱਕ ਹੋਰ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਕਿਹਾ ਕਿ ਜੇ ਪਤਨੀ ਤਸੀਹੇ ਦਿੰਦੀ ਹੈ ਤਾਂ ਪਤੀ ਨੂੰ ਵੱਖ ਹੋਣ ਦਾ ਅਧਿਕਾਰ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਅਪਾਹਿਜ ਵਿਅਕਤੀ ਨੂੰ ਪਤਨੀ ਦੇ ਨਾਲ ਬੇਰਹਿਮੀ ਦੇ ਆਧਾਰ ਤੇ ਤਲਾਕ ਦੇਣ ਦੇ ਫੈਮਿਲੀ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਸੁਣਨ ਸ਼ਕਤੀ ਦੀ ਸਮੱਸਿਆ ਤੋਂ ਪਰੇਸ਼ਾਨ ਇਸ ਬੰਦੇ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਪਤਨੀ ਦੀ ਬੇਰਹਿਮੀ ਦੇ ਕਾਰਨ ਉਸ ਦਾ ਭਾਰ 74 ਕਿਲੋ ਤੋਂ ਘਟ ਕੇ 53 ਕਿਲੋ ਹੋ ਗਿਆ। ਫੈਮਿਲੀ ਕੋਰਟ ਦੇ ਆਦੇਸ਼ ਦੇ ਵਿਰੁੱਧ ਵਿਅਕਤੀ ਦੀ ਪਤਨੀ ਦੀ ਅਪੀਲ ਨੂੰ ਖਾਰਿਜ ਕਰਦੇ ਹੋਏ ਹਾਈ ਕੋਰਟ ਨੇ ਇਸ ਤੱਥ ਤੇ ਭਰੋਸਾ ਕੀਤਾ ਕਿ ਔਰਤ ਵੱਲੋਂ ਉਸਦੇ ਪਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਦਾਇਰ ਕੀਤੀਆਂ ਸਾਰੀਆਂ ਜਿਹੜੀਆਂ ਅਪਰਾਧਿਕ ਸ਼ਿਕਾਇਤਾਂ ਨੇ ਉਹ ਝੂਠੀਆਂ ਸਾਬਿਤ ਹੋਈਆਂ ਨੇ ਤੇ ਮਾਨਸਿਕ ਪਰੇਸ਼ਾਨੀ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਇਸ ਕਰਕੇ ਅਪੀਲ ਹੈ ਜਿਹੜੀ ਪਤਨੀ ਦੀ ਉਹ ਖਾਰਿਜ ਕਰ ਦਿੱਤੀ ਗਈ। ਸੋ ਹਾਈ ਕੋਰਟ ਦੇ ਇਸ ਫੈਸਲੇ ਦੇ ਨਾਲ ਹੁਣ ਪਤੀ ਹੈ ਜਿਹੜਾ ਉਹ ਆਪਣੀ ਪਤਨੀ ਤੋਂ ਵੱਖਰਾ ਹੋ ਕੇ ਰਹਿ ਸਕਦਾ ਹੈ। ਇਹ ਬੰਦਾ ਇੱਕ ਬੈਂਕ ਦੇ ਵਿੱਚ ਕੰਮ ਕਰਦਾ ਹੈ, ਜਦਕਿ ਔਰਤ ਹਿਸਾਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਉਂਦੀ ਹੈ। ਦੋਵਾਂ ਦਾ ਅਪ੍ਰੈਲ 2012 ਦੇ ਵਿੱਚ ਵਿਆਹ ਹੋਇਆ ਸੀ। ਇੱਕ ਧੀ ਹੈ ਜੋ ਆਪਣੇ ਪਿਤਾ ਦੇ ਨਾਲ ਰਹਿੰਦੀ ਹੈ। ਹੁਣ ਇੱਕ ਖਬਰ ਤੁਹਾਨੂੰ ਹੋਰ ਦੱਸਦੇ ਹਾਂ ਜਿਹੜੀ ਇਹ ਦੱਸੇਗੀ ਕਿ ਬੰਦਾ ਕਿੰਨਾ ਬੇਰਹਿਮ ਹੋ ਸਕਦਾ ਹੈ, ਕਿੰਨਾ ਜ਼ਹਿਰੀਲਾ ਤੇ ਜਾਨਵਰਾਂ ਤੋਂ ਵੀ ਖਤਰਨਾਕ ਹੋ ਸਕਦਾ ਹੈ। ਇਹ ਖਬਰ ਪੜ੍ਹ ਕੇ ਸੁਣ ਕੇ ਤੁਸੀਂ ਵੀ ਸ਼ਾਇਦ ਇਹੀ ਸੋਚੋਗੇ। ਕਰਨਾਟਕ ਦੇ ਸ਼ਿਵਮੋਗਾ ਤੋਂ ਖਬਰ ਹੈ, ਜਿੱਥੇ 150 ਬਾਂਦਰਾਂ ਤੋਂ ਬਾਅਦ 100 ਤੋਂ ਵੱਧ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਤਾਲੁਕ ਪਿੰਡ ਦੇ ਵਿੱਚ 100 ਤੋਂ ਵੱਧ ਕੁੱਤਿਆਂ ਨੂੰ ਪਹਿਲਾਂ ਜ਼ਹਿਰ ਦੇ ਕੇ ਮਾਰਿਆ ਗਿਆ, ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਦਬ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਗ੍ਰਾਮ ਪੰਚਾਇਤ ਅਧਿਕਾਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਤੇ ਇਸ ਤੋਂ ਪਹਿਲਾਂ ਹਸਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 150 ਬਾਂਦਰਾਂ ਨੂੰ ਵੀ ਇਸੇ ਤਰ੍ਹਾਂ ਮਾਰਨ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦਾ ਕਰਨਾਟਕਾ ਹਾਈ ਕੋਰਟ ਨੇ ਨੋਟਿਸ ਵੀ ਲਿਆ ਤੇ ਸ਼ਰਾਰਤੀ ਤੱਤਾਂ ਦੇ ਵਿਰੁੱਧ ਕਾਰਵਾਈ ਦੀ ਗੱਲ ਵੀ ਕਹੀ ਸੀ। ਭਾਰਤੀ ਸਿੱਖਿਆ ਮੰਤਰਾਲੇ ਦੀ ਸਾਲਾਨਾ ਰੈਂਕਿੰਗ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ। ਉਸ ਦੇ ਵਿੱਚ IIT ਮਦਰਾਸ ਪਹਿਲੇ ਥਾਂ ਤੇ ਆਈ ਹੈ, ਯਾਨੀ ਕਿ IIT ਮਦਰਾਸ ਭਾਰਤ ਦਾ ਸਭ ਤੋਂ ਵਧੀਆ ਜਿਹੜਾ ਸਰਵਉੱਤਮ ਅਦਾਰਾ ਮੰਨਿਆ ਗਿਆ ਹੈ। ਉਸ ਤੋਂ ਬਾਅਦ IISc ਬੈਂਗਲੌਰ ਤੇ IIT ਬੰਬੇ ਕਰਮਵਾਰ ਦੂਜੇ ਤੇ ਤੀਜੇ ਥਾਂ ਤੇ ਰੱਖੇ ਗਏ ਨੇ।
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਇੰਜੀਨੀਅਰਿੰਗ ਕਾਲਜਾਂ ਦੀ ਸਿਖਰਲੀ 10 ਸੂਚੀ ਦੇ ਵਿੱਚ 8 IITs ਤੇ 2 NITs ਨੇ। ਤੀਜੇ ਸਥਾਨ ਤੇ ਆਉਣ ਵਾਲੇ ਸੰਸਥਾਨਾਂ ਦੇ ਵਿੱਚ PGI ਚੰਡੀਗੜ੍ਹ ਵੀ ਸ਼ਾਮਿਲ ਹੈ। ਅਫਗਾਨਿਸਤਾਨ ਦੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ ਤੇ ਦੁਨੀਆ ਦੇ ਹੋਰ ਮੁਲਕਾਂ ਤੋਂ ਵੀ ਕਿਹੜੀਆਂ ਵੱਡੀਆਂ ਖਬਰਾਂ ਨੇ ਉਹ ਹੁਣ ਤੁਹਾਨੂੰ ਦੱਸਦੇ ਹਾਂ। ਅਫਗਾਨਿਸਤਾਨ ਤੋਂ ਵੱਡੀ ਖਬਰ ਹੈ ਉਸ ਦਰਮਿਆਨ ਜਦੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਸਰਕਾਰ ਦਾ ਐਲਾਨ ਹੋ ਚੁੱਕਿਆ ਹੈ। ਅਫਗਾਨਿਸਤਾਨ ਦੀ ਜਿਹੜੀ ਪਹਿਲਾਂ ਵਾਲੀ ਸਰਕਾਰ ਸੀ, ਰਾਸ਼ਟਰਪਤੀ ਅਸ਼ਰਫ ਗਨੀ ਸੀ ਜਿਹੜੇ ਮੁਲਕ ਛੱਡ ਕੇ ਭੱਜ ਗਏ ਸੀ, ਉਹਨਾਂ ਦਾ ਹੁਣ ਇੱਕ ਵਾਰੀ ਫਿਰ ਬਿਆਨ ਆਇਆ ਹੈ। ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ 15 ਅਗਸਤ ਨੂੰ ਕਾਬੁਲ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਦੱਸਦਿਆਂ ਕਿਹਾ ਹੈ ਕਿ ਮੈਂ ਦੇਸ਼ ਦੀ ਰਾਜਧਾਨੀ ਨੂੰ ਖੂਨ ਖਰਾਬੇ ਤੋਂ ਬਚਾਉਣ ਦੇ ਲਈ ਮੁਲਕ ਛੱਡਣ ਦਾ ਰਾਹ ਚੁਣਿਆ ਸੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਵੀ ਖਾਰਜ ਕਰਦਿਆਂ ਗਨੀ ਨੇ ਦਾਅਵਾ ਕੀਤਾ ਕਿ ਮੈਂ ਦੇਸ਼ 'ਚੋਂ ਕੋਈ ਵੀ ਪੈਸਾ ਨਹੀਂ ਲੈ ਕੇ ਆਇਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਟਵੀਟ ਕਰਕੇ ਗਨੀ ਨੇ ਇਹ ਸਾਰਾ ਜਿਹੜਾ ਬਿਆਨ ਆਪਣਾ ਦਿੱਤਾ ਹੈ, ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਸ਼ਰਫ ਗਨੀ ਮੁਲਕ 'ਚੋਂ ਭੱਜ ਗਏ ਸੀ, ਪਹਿਲਾਂ 1-2 ਦਿਨ ਤਾਂ ਪਤਾ ਨਹੀਂ ਲੱਗਿਆ ਕਿ ਅਸ਼ਰਫ ਗਨੀ ਹੈਗੇ ਕਿੱਥੇ ਨੇ। ਫਿਰ ਇਹ ਖਬਰਾਂ ਆਈਆਂ ਸੀ ਕਿ ਅਸ਼ਰਫ ਗਨੀ ਨੇ ਜਿਹੜੇ ਇਸ ਮੁਲਕ ਵਿੱਚ ਚਲੇ ਗਏ ਨੇ, ਉਸ ਮੁਲਕ ਵਿੱਚ ਚਲੇ ਗਏ ਨੇ ਤੇ ਨਾਲ ਆਪਣੇ ਪੈਸਿਆਂ ਦੀਆਂ ਗੱਡੀਆਂ ਭਰ ਕੇ ਲੈ ਕੇ ਗਏ ਨੇ, ਪਰ ਅਸ਼ਰਫ ਗਨੀ ਨੇ ਹਮੇਸ਼ਾ ਇਸ ਗੱਲ ਤੋਂ ਇਨਕਾਰ ਕੀਤਾ ਹੈ। ਅਗਲੀ ਜਿਹੜੀ ਅਹਿਮ ਖਬਰ ਹੈ ਕਿ ਤਾਲਿਬਾਨ ਨੇ ਜਿਹੜੀ ਆਪਣੀ ਸਰਕਾਰ ਬਣਾਈ ਹੈ ਉਹਦੇ 14 ਵਜ਼ੀਰ ਨੇ ਜਿਹੜੇ ਉਹ UN ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ਦੇ ਵਿੱਚ ਨੇ। 14 ਮੰਤਰੀ, ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ ਅਤੇ ਉਹਨਾਂ ਦੇ ਦੋਵੇਂ ਉਪ ਪ੍ਰਧਾਨ ਮੰਤਰੀਆਂ ਸਣੇ ਕਾਬੁਲ ਦੇ ਵਿੱਚ ਬਣੀ ਤਾਲਿਬਾਨ ਦੀ ਅੰਤਰਿਮ ਸਰਕਾਰ ਦੇ ਘੱਟੋ-ਘੱਟ 14 ਮੈਂਬਰਾਂ ਦੇ ਨਾਮ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ਵਿੱਚ ਸ਼ਾਮਿਲ ਹੋਣ ਕਰਕੇ ਕੌਮਾਂਤਰੀ ਭਾਈਚਾਰੇ ਦੀ ਚਿੰਤਾ ਜ਼ਰੂਰ ਵੱਧ ਗਈ ਹੈ। 33 ਮੈਂਬਰੀ ਸੰਤਰਿਮ ਮੰਤਰੀ ਮੰਡਲ ਦੇ ਵਿੱਚ 4 ਅਜਿਹੇ ਲੀਡਰ ਨੇ ਜਿਹੜੇ ਤਾਲਿਬਾਨ 5 ਦੇ ਵਿੱਚ ਸ਼ਾਮਿਲ ਨੇ। ਉਹਨਾਂ ਨੂੰ ਗੁਆਂਤਾਨਾਮੋ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਇਹਨਾਂ ਦੇ ਵਿੱਚ ਮੁੱਲਾ ਮੁਹੰਮਦ ਫਾਜ਼ਿਲ ਉਪ ਰੱਖਿਆ ਮੰਤਰੀ, ਖੈਰੁੱਲਾ ਖੈਰਖਵਾ ਸੂਚਨਾ ਤੇ ਸੱਭਿਆਚਾਰ ਮੰਤਰੀ, ਮੁੱਲਾ ਨੂਰੁੱਲਾ ਨੂਰੀ ਸਰਹੱਦਾਂ ਤੇ ਕਬਾਇਲੀ ਮਾਮਲਿਆਂ ਬਾਰੇ ਮੰਤਰੀ, ਮੁੱਲਾ ਅਬਦੁਲ ਹਕ ਵਾਸਿਕ ਖੁਫੀਆ ਡਾਇਰੈਕਟਰ ਇਹ ਸ਼ਾਮਿਲ ਨੇ ਜਿਹੜੇ ਕਿ ਕਾਲੀ ਸੂਚੀ ਦੇ ਵਿੱਚ ਜਿਹੜੇ ਲਿਸਟਡ ਨੇ। ਇਸ ਗਰੁੱਪ ਦੇ 5ਵੇਂ ਮੈਂਬਰ ਮੁਹੰਮਦ ਨਬੀ ਉਮਰੀ ਨੂੰ ਹਾਲ ਹੀ ਵਿੱਚ ਪੂਰਬੀ ਖੋਸਤ ਸੂਬੇ ਦਾ ਗਵਰਨਰ ਨਿਯੁਕਤ ਕੀਤਾ ਗਿਆ। ਤਾਲਿਬਾਨ 5 ਲੀਡਰਾਂ ਨੂੰ 2014 ਵਿੱਚ ਓਬਾਮਾ ਪ੍ਰਸ਼ਾਸਨ ਨੇ ਰਿਹਾ ਕੀਤਾ ਸੀ। ਫਾਜ਼ਿਲ ਤੇ ਨੂਰੀ ਖਿਲਾਫ 1998 ਵਿੱਚ ਸ਼ੀਆ ਹਜ਼ਾਰਾ, ਤਾਜਿਕ ਅਤੇ ਉਜ਼ਬੇਕ ਫਿਰਕਿਆਂ ਦੇ ਕਤਲੇਆਮ ਦੇ ਹੁਕਮ ਦੇਣ ਦੇ ਦੋਸ਼ ਸੀ। ਇਸੇ ਤਰ੍ਹਾਂ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਨੂੰ UN ਦੀਆਂ ਪਾਬੰਦੀਆਂ ਸੰਬੰਧੀ ਰਿਪੋਰਟ ਦੇ ਵਿੱਚ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਕਰੀਬੀ ਦੱਸਿਆ ਗਿਆ ਹੈ। ਹਾਲਾਂਕਿ ਫੈਸਲੇ ਲੈਣ ਵਾਲੇ ਤਾਕਤਵਰ ਗਰੁੱਪ ਰਹਿਬਰੀ ਸ਼ੂਰਾ ਦਾ ਉਹ ਮੁਖੀ ਹੈ। ਦੋਵੇਂ ਉਪ ਪ੍ਰਧਾਨ ਮੰਤਰੀ ਅਬਦੁਲ ਗਨੀ ਬਰਾਦਰ ਤੇ ਮੌਲਵੀ ਅਬਦੁਲ ਸਨਾਮ ਹਨਾਫੀ ਵੀ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ ਵਿੱਚ ਸ਼ਾਮਿਲ ਨੇ। ਉਹਨਾਂ ਦੇ ਖਿਲਾਫ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਰਹਿਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਵਿਸ਼ਵ ਪੱਧਰ ਤੇ ਅੱਤਵਾਦੀ ਐਲਾਨੇ ਜਾ ਚੁੱਕੇ ਸਿਰਾਜੁਦੀਨ ਹੱਕਾਨੀ, ਜਿਸ ਤੇ $1 ਕਰੋੜ ਅਮਰੀਕੀ ਦਾ ਇਨਾਮ ਹੈ, ਉਸ ਨੂੰ ਕਾਰਜਕਾਰੀ ਗ੍ਰਹਿ ਮੰਤਰੀ ਅਫਗਾਨਿਸਤਾਨ ਦਾ ਬਣਾਇਆ ਗਿਆ, ਜਦਕਿ ਉਸਦੇ ਚਾਚਾ ਖਲੀਲ ਹੱਕਾਨੀ ਨੂੰ ਸ਼ਰਨਾਰਥੀਆਂ ਦੇ ਮਾਮਲਿਆਂ ਬਾਰੇ ਕਾਰਜਕਾਰੀ ਮੰਤਰੀ ਬਣਾਇਆ ਗਿਆ ਹੈ। UN ਦੇ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਅਤੇ ਸਥਾਈ ਨੁਮਾਇੰਦੇ ਗੁਲਾਮ ਇਸਾਕ ਜ਼ਈ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਵੱਲੋਂ ਐਲਾਨੀ ਗਈ ਸਰਕਾਰ ਨਿਸ਼ਚਿਤ ਤੌਰ ਤੇ ਸਾਰੀਆਂ ਧਿਰਾਂ ਦੀ ਸਰਕਾਰ ਨਹੀਂ ਹੈ। ਅਫਗਾਨਿਸਤਾਨ ਦੇ ਲੋਕ ਅਜਿਹੇ ਸ਼ਾਸਕੀ ਢਾਂਚੇ ਨੂੰ ਮਨਜ਼ੂਰ ਨਹੀਂ ਕਰਨਗੇ ਜਿਸ ਵਿੱਚ ਔਰਤਾਂ ਤੇ ਘੱਟ ਗਿਣਤੀਆਂ ਸ਼ਾਮਿਲ ਨਾ ਹੋਣ। ਤੇ ਇਸ ਦੌਰਾਨ ਜਿਹੜੇ ਤਾਲਿਬਾਨ ਦੇ ਵਿਰੋਧੀ ਜਿਹੜੇ ਲੜਾਕੇ ਹੈਗੇ ਨੇ, ਵਿਰੋਧੀ ਬਲ ਨੇ, ਉਹਨਾਂ ਨੇ ਵੀ ਨਵੀਂ ਸਰਕਾਰ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਤਾਲਿਬਾਨੀ ਸਰਕਾਰ ਨੂੰ ਮਾਨਤਾ ਨਾ ਦਿੱਤੀ ਜਾਵੇ। ਪਰ ਚੀਨ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਵੀ ਦੇ ਦਿੱਤੀ ਹੈ ਅਤੇ ਨਾਲੇ 2 ਅਰਬ ਤੋਂ ਵੱਧ ਜਿਹੜਾ ਹੈਗਾ ਮਦਦ ਦਾ ਐਲਾਨ ਵੀ ਕਰ ਦਿੱਤਾ ਹੈ। ਅਫਗਾਨਿਸਤਾਨ ਨੂੰ 200 ਮਿਲੀਅਨ ਯੂਆਨ ਯਾਨੀ ਕਿ 2 ਅਰਬ ਤੋਂ ਵੱਧ ਦੀ ਮਦਦ ਦੇਣ ਦਾ ਚੀਨ ਨੇ ਐਲਾਨ ਕਰ ਦਿੱਤਾ ਹੈ। ਇਹਦੇ ਵਿੱਚ ਅਨਾਜ ਦੀ ਪੂਰਤੀ ਤੇ ਕੋਰੋਨਾ ਵਾਇਰਸ ਦੇ ਟੀਕੇ ਦੀ ਮਦਦ ਸ਼ਾਮਿਲ ਹੈ। ਚੀਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਨਵੀਂ ਸਰਕਾਰ ਦਾ ਗਠਨ ਕਾਨੂੰਨ ਪ੍ਰਬੰਧ ਬਣਾਉਣ ਦੇ ਲਈ ਚੰਗਾ ਕਦਮ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਕਈ ਗੁਆਂਢੀ ਮੁਲਕਾਂ ਪਾਕਿਸਤਾਨ, ਈਰਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ ਬੈਠਕ ਦੇ ਦੌਰਾਨ ਇਹ ਐਲਾਨ ਕੀਤਾ ਹੈ ਤੇ ਚੀਨ ਨੇ ਇਹਨਾਂ ਮੁਲਕਾਂ ਨੂੰ ਵੀ ਅਫਗਾਨਿਸਤਾਨ ਦੀ ਮਦਦ ਕਰਨ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਕਿਹਾ ਕਿ ਵੈਕਸੀਨ ਦੀਆਂ 30 ਲੱਖ ਖੁਰਾਕਾਂ ਅਸੀਂ ਅਫਗਾਨਿਸਤਾਨ ਨੂੰ ਦੇਵਾਂਗੇ।
ਚੀਨ ਨੇ ਮਾਨਤਾ ਦੇ ਦਿੱਤੀ ਹੈ, ਪਰ ਅਮਰੀਕਾ ਨੇ ਕਿਹਾ ਹੈ ਕਿ ਸਾਨੂੰ ਮਾਨਤਾ ਦੇਣ ਦੇ ਵਿੱਚ ਕੋਈ ਕਾਹਲੀ ਹਜੇ ਨਹੀਂ ਹੈ। ਵਾਈਟ ਹਾਊਸ ਨੇ ਬਿਆਨ ਜਾਰੀ ਕੀਤਾ ਹੈ। ਅਮਰੀਕਾ ਅਫਗਾਨਿਸਤਾਨ ਦੇ ਨਾਲ ਹਾਲੇ ਅਮਰੀਕੀ ਨਾਗਰਿਕਾਂ ਨੂੰ ਬਾਹਰ ਕੱਢਣ ਦੇ ਲਈ ਗੱਲਬਾਤ ਕਰ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਇਸ ਪ੍ਰਸ਼ਾਸਨ ਵਿੱਚ ਨਾ ਤਾਂ ਰਾਸ਼ਟਰਪਤੀ ਨਾ ਹੀ ਕੌਮੀ ਸੁਰੱਖਿਆ ਟੀਮ ਦੇ ਵਿੱਚ ਕੋਈ ਵੀ ਇਹ ਨਹੀਂ ਮੰਨਦਾ ਕਿ ਤਾਲਿਬਾਨ ਕੌਮਾਂਤਰੀ ਭਾਈਚਾਰੇ ਦੇ ਸਨਮਾਨਿਤ ਹਨ ਅਤੇ ਯੋਗ ਮੈਂਬਰ ਨੇ। ਉਹਨਾਂ ਨੇ ਇਹ ਦਰਜਾ ਹਾਸਲ ਨਹੀਂ ਕੀਤਾ, ਧੱਕੇ ਦੇ ਨਾਲ ਖੋਇਆ ਹੈ। ਅਸੀਂ ਇਹਦਾ ਕਦੇ ਮੁਲਾਂਕਣ ਨਹੀਂ ਕੀਤਾ। ਇਹ ਇੱਕ ਦੇਖਭਾਲ ਕਰਨ ਵਾਲੀ ਕੈਬਨਿਟ ਹੈ ਜਿਹਦੇ ਵਿੱਚ 4 ਸਾਬਕਾ ਤਾਲਿਬਾਨ ਕੈਦੀ ਤੇ ਲੜਾਕੂ ਸ਼ਾਮਿਲ ਨੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਵੀ ਹਾਲੇ ਇਸ ਨੂੰ ਮਾਨਤਾ ਨਹੀਂ ਦਿੱਤੀ ਹੈ। ਅਸੀਂ ਫਿਲਹਾਲ ਅਮਰੀਕੀ ਨਾਗਰਿਕਾਂ ਨੂੰ ਉੱਥੋਂ ਬਾਹਰ ਕਿਵੇਂ ਕੱਢਣਾ ਹੈ ਇਸ ਬਾਰੇ ਹੀ ਤਾਲਿਬਾਨ ਦੇ ਨਾਲ ਗੱਲਬਾਤ ਕਰ ਰਹੇ ਹਾਂ। ਸਾਨੂੰ ਕਰਨੀ ਵੀ ਪੈ ਰਹੀ ਹੈ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਇਸ ਵਕਤ ਕਬਜ਼ਾ ਹੀ ਤਾਲਿਬਾਨ ਦਾ ਹੈ। ਤਾਲਿਬਾਨ ਤੋਂ ਦਿਲ ਕੰਬਾਊ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆ ਰਹੀਆਂ ਨੇ। ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਤਾਲਿਬਾਨ ਨੇ 2 ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਹੈ। ਕਾਬੁਲ ਸਥਿਤ ਮੀਡੀਆ ਸੰਸਥਾ ਦੇ ਤਕੀ ਦਰਿਆਬੀ ਅਤੇ ਨੇਮਤ ਨਗਦ ਮੰਗਲਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਔਰਤਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ ਕਰ ਰਹੇ ਸੀ। ਇਸ ਦੌਰਾਨ ਤਾਲਿਬਾਨ ਨੇ ਦੋਵਾਂ ਨੂੰ ਚੁੱਕ ਲਿਆ ਤੇ ਉਹਨਾਂ ਤੇ ਤਸ਼ੱਦਦ ਢਾਇਆ ਤੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਨੇ ਸਭ ਨੂੰ ਡਰਾ ਦਿੱਤਾ ਹੈ, ਹੈਰਾਨ ਕਰ ਦਿੱਤਾ ਹੈ। ਅਫਗਾਨਿਸਤਾਨ ਨੂੰ ਕਵਰ ਕਰਨ ਵਾਲੇ ਨਿਊਯਾਰਕ ਟਾਈਮਜ਼ ਦੇ ਰਿਪੋਰਟਰ ਨੇ ਵੀ ਇਹ ਤਸਵੀਰ ਆਪਣੇ ਟਵਿੱਟਰ ਅਕਾਊਂਟ ਤੇ ਸਾਂਝੀ ਕੀਤੀ ਹੈ ਜੋ ਕਿ ਤਾਲਿਬਾਨ ਦੇ ਜ਼ੁਲਮ ਦੀ ਕਹਾਣੀ ਬਿਆਨ ਕਰ ਰਹੀ ਹੈ। ਉਹਨਾਂ ਨੇ ਟਵੀਟ ਕੀਤਾ ਹੈ ਕਿ ਕਾਬੁਲ ਦੇ ਵਿੱਚ 2 ਪੱਤਰਕਾਰਾਂ ਨੂੰ ਤਸੀਹੇ ਦਿੱਤੇ ਤੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਇਸ ਦੇ ਨਾਲ ਹੀ ਲਾਸ ਏਂਜਲਸ ਸਥਿਤ ਪੱਤਰਕਾਰ ਮਾਰਕਸ ਯਾਮ ਨੇ ਵੀ ਟਵੀਟ ਕਰਕੇ ਦਾਅਵਾ ਕੀਤਾ ਕਿ ਤਾਲਿਬਾਨ ਦੇ ਅਤਿਆਚਾਰਾਂ ਦਾ ਸ਼ਿਕਾਰ ਹੋਏ ਇਹ 2 ਅਫਗਾਨੀ ਪੱਤਰਕਾਰ ਇਤਿਲ ਤਰੋਜ਼ ਦੇ ਰਿਪੋਰਟਰ ਨੇ। ਇਹਨਾਂ ਦਾ ਨਾਮ ਨੇਮਤ ਕੈਸ਼ ਅਤੇ ਤਕੀ ਦਰਿਆਬੀ ਹੈ। ਔਰਤਾਂ ਦੇ ਪ੍ਰਦਰਸ਼ਨ ਨੂੰ ਕਵਰ ਕਰਦੇ ਸਮੇਂ ਤਾਲਿਬਾਨ ਲੜਾਕਿਆਂ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਤੇ ਉਹਨਾਂ ਨੇ ਆਪਣੇ ਟਵੀਟ ਨਾਲ ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ, ਪੱਤਰਕਾਰੀ ਕੋਈ ਅਪਰਾਧ ਨਹੀਂ ਹੈ। ਅਫਗਾਨਿਸਤਾਨ ਤੋਂ ਬਾਅਦ ਉੱਤਰੀ ਕੋਰੀਆ ਤੋਂ ਇੱਕ ਅਹਿਮ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ 73ਵਾਂ ਸਥਾਪਨਾ ਦਿਵਸ ਉੱਤਰੀ ਕੋਰੀਆ ਦਾ ਮਨਾਇਆ ਗਿਆ ਤੇ ਕਿਮ ਯੋਂਗ ਉਨ ਜਿਹੜੇ ਖਾਸੀ ਚਰਚਾ ਦੇ ਵਿੱਚ ਰਹਿੰਦੇ ਨੇ, ਉੱਤਰੀ ਕੋਰੀਆ ਦੇ ਇੱਕ ਨੌਜਵਾਨ ਤੇ ਤਾਨਾਸ਼ਾਹ ਲੀਡਰ ਨੇ, ਉਹ ਵੀ ਇਸ ਪਰੇਡ ਦੇ ਵਿੱਚ ਨਜ਼ਰ ਆਏ। ਫੌਜੀ ਪਰੇਡ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਉਹਦੇ ਵਿੱਚ ਫੌਜੀਆਂ ਨੇ ਚਟਕੀਲੇ ਲਾਲ ਰੰਗ ਦੇ ਹੈਜਮੈਟ ਸੂਟ ਅਤੇ ਗੈਸ ਮਾਸਕ ਪਹਿਨੇ ਹੋਏ ਸੀ, ਚਿਹਰੇ ਪੂਰੀ ਤਰ੍ਹਾਂ ਦੇ ਨਾਲ ਢਕੇ ਹੋਏ ਸੀ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਰਾਹੀਂ ਇਹ ਤਸਵੀਰਾਂ ਬਾਹਰ ਆਈਆਂ ਨੇ। ਇਸ ਮੌਕੇ ਉੱਤਰੀ ਕੋਰੀਆ ਦੀ ਕਿਸੇ ਵੀ ਵੱਡੀ ਬਾਲਿਸਟਿਕ ਮਿਜ਼ਾਈਲ ਦਾ ਪ੍ਰਦਰਸ਼ਨ ਨਹੀਂ ਕੀਤਾ ਗਿਆ। ਉੱਤਰੀ ਕੋਰੀਆ ਦੇ ਸਭ ਤੋਂ ਵੱਡੇ ਲੀਡਰ ਕਿਮ ਯੋਂਗ ਉਨ ਵੀ ਇਸ ਪਰੇਡ ਦੇ ਵਿੱਚ ਮੌਜੂਦ ਸਨ। ਪਹਿਲਾਂ ਨਾਲੋਂ ਕੁਝ ਕਮਜ਼ੋਰ ਨਜ਼ਰ ਲੱਗ ਰਹੇ ਸੀ। ਕਿਮ ਯੋਂਗ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ ਤੇ ਬੱਚਿਆਂ ਨੂੰ ਮਿਲ ਰਹੇ ਸੀ। ਇਸ ਪਰੇਡ ਦੇ ਵਿੱਚ ਖਾਸ ਲਾਲ ਵਰਦੀ ਫੌਜੀਆਂ ਨੇ ਕਿਉਂ ਪਹਿਨੀ, ਇਸ ਨੂੰ ਲੈ ਕੇ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਉੱਤਰੀ ਕੋਰੀਆ ਆਪਣੇ ਲੋਕਾਂ ਨੂੰ ਇਹ ਸੰਕੇਤ ਦੇਣਾ ਚਾਹੁੰਦਾ ਹੈ ਕਿ ਕਰੋਨਾ ਦੇ ਖਿਲਾਫ ਲੜਾਈ ਅਸੀਂ ਜਾਰੀ ਰੱਖੀ ਹੋਈ ਹੈ। ਹਾਲਾਂਕਿ ਉੱਤਰੀ ਕੋਰੀਆ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਉੱਤਰੀ ਕੋਰੀਆ ਦੇ ਵਿੱਚ ਮਹਾਮਾਰੀ ਨਾ ਹੀ ਫੈਲੀ ਨਾ ਹੀ ਦਾਖਲ ਹੋਈ, ਕੋਈ ਵੀ ਇੱਥੇ ਮਹਾਮਾਰੀ ਦੇ ਨਾਲ ਨਹੀਂ ਮਰਿਆ ਤੇ ਨਾ ਹੀ ਇੱਥੇ ਕਿਸੇ ਦੀ ਵੈਕਸੀਨੇਸ਼ਨ ਹੋਈ ਹੈ। ਪਰ ਸੱਚ ਕੀ ਹੈ ਇਹ ਉੱਤਰੀ ਕੋਰੀਆ ਦੇ ਲੋਕ ਜਾਣਦੇ ਨੇ ਜਾਂ ਫਿਰ ਕਿਮ ਯੋਂਗ ਜਾਣਦੇ ਨੇ। ਪੂਰੇ ਭਾਰਤ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਭਾਰਤੀ ਚੋਣ ਕਮਿਸ਼ਨ ਨੇ 5 ਸੂਬਿਆਂ ਦੀਆਂ 6 ਰਾਜ ਸਭਾ ਸੀਟਾਂ ਦੇ ਲਈ ਜ਼ਿਮਨੀ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸਾਰੀਆਂ ਸੀਟਾਂ ਦੇ 4 ਅਕਤੂਬਰ ਨੂੰ VOTING ਹੋਵੇਗੀ। ਕਮਿਸ਼ਨ ਨੇ ਪੱਛਮੀ ਬੰਗਾਲ, ਅਸਾਮ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਇੱਕ ਤੇ ਤਾਮਿਲਨਾਡੂ ਦੀਆਂ 2 ਰਾਜ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ। ਇਹਨਾਂ ਵਿੱਚੋਂ 5 ਸੀਟਾਂ ਮੈਂਬਰਾਂ ਦੇ ਅਸਤੀਫੇ ਕਰਕੇ ਖਾਲੀ ਹੋਈਆਂ ਨੇ ਜਦਕਿ 1 ਸੀਟ ਕਾਂਗਰਸ ਦੇ ਰਾਜੀਵ ਸਤਵ ਦੀ ਮੌਤ ਨਾਲ ਖਾਲੀ ਹੋਈ ਹੈ। ਅਸਾਮ ਤੋਂ ਅਗਲੀ ਖਬਰ ਹੈ ਜਿੱਥੇ ਬ੍ਰਹਮਪੁੱਤਰ ਨਦੀ ਦੇ ਵਿੱਚ ਕਿਸ਼ਤੀਆਂ ਦੀ ਟੱਕਰ ਹੋਈ ਹੈ ਤੇ ਅਪਰਾਧਿਕ ਮਾਮਲਾ ਦਰਜ ਕਰਨ ਦੇ ਮੁੱਖ ਮੰਤਰੀ ਨੇ ਹੁਕਮ ਦੇ ਦਿੱਤੇ ਨੇ। ਜੋਰਹੱਟ ਜ਼ਿਲ੍ਹੇ ਦੇ ਵਿੱਚ ਬ੍ਰਹਮਪੁੱਤਰ ਨਦੀ ਦੇ ਵਿੱਚ ਕਿਸ਼ਤੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਨੇ। ਇਹਨਾਂ ਕਿਸ਼ਤੀਆਂ ਦੇ ਵਿੱਚ ਸਵਾਰ ਇੱਕ ਕਿਸ਼ਤੀ ਦੇ ਵਿੱਚ ਸਵਾਰ 90 ਲੋਕਾਂ ਵਿੱਚੋਂ 87 ਲੋਕ ਸੁਰੱਖਿਅਤ ਨੇ ਤੇ ਇਹ ਕਿਸ਼ਤੀ ਡੁੱਬਣ ਨਾਲ 1 ਜਣੇ ਦੀ ਮੌਤ ਹੋ ਗਈ ਹੈ, 2 ਲਾਪਤਾ ਨੇ। ਕਿਸ਼ਤੀ ਉੱਤੇ 90 ਲੋਕ ਸਵਾਰ ਸੀ ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਹਿੰਮਤ ਵਿਸਵਾ ਸਰਮਾ ਨੇ ਜਲ ਵਿਭਾਗ ਦੇ 3 ਅਧਿਕਾਰੀ ਸਸਪੈਂਡ ਕਰ ਦਿੱਤੇ ਨੇ। ਉੱਚ ਪੱਧਰੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ ਤੇ ਪੁਲਿਸ ਨੂੰ ਅਪਰਾਧਿਕ ਮਾਮਲਾ ਦਰਜ ਕਰਨ ਦਾ ਵੀ ਹੁਕਮ ਦੇ ਦਿੱਤਾ ਹੈ। CPIM ਦੇ ਸੀਨੀਅਰ ਲੀਡਰ ਪ੍ਰਕਾਸ਼ ਕਰਾਤ ਨੇ BJP ਖਿਲਾਫ ਤ੍ਰਿਪੁਰਾ ਦੇ
ਵਿੱਚ ਆਪਣੀ ਪਾਰਟੀ ਦੇ ਦਫ਼ਤਰਾਂ ਤੇ ਹਮਲਾ ਕਰਨ ਅਤੇ ਭੰਨਤੋੜ ਦਾ ਇਲਜ਼ਾਮ ਲਾਉਂਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਕਾਸ਼ ਕਰਾਤ ਨੇ ਕਿਹਾ ਕਿ ਬੀਜੇਪੀ ਦੇ ਗੁੰਡਿਆਂ ਨੇ 8 ਸੀਪੀਆਈ ਦਫ਼ਤਰਾਂ ਤੇ ਹਮਲਾ ਕੀਤਾ ਹੈ, 2-3 ਦਫ਼ਤਰਾਂ ਨੂੰ ਅੱਗ ਲਾ ਕੇ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਹੈ। ਇਸ ਹਮਲੇ ਵਿੱਚ ਸਾਡੇ 10 ਕਾਮਰੇਡ ਜ਼ਖਮੀ ਹੋਏ ਨੇ। ਬੁੱਧਵਾਰ ਨੂੰ ਬੀਜੇਪੀ ਅਤੇ ਸੀਪੀਆਈ ਦੇ ਵਰਕਰਾਂ ਦੇ ਵਿਚਕਾਰ ਝੜਪਾਂ ਦੀ ਖਬਰ ਆਈ ਸੀ। ਬੰਬੇ ਹਾਈ ਕੋਰਟ ਨੇ ਅਭਿਨੇਤਰੀ ਕੰਗਨਾ ਰਣੌਤ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਸ ਵਿੱਚ ਗੀਤਕਾਰ ਜਾਵੇਦ ਅਖਤਰ ਦੀ ਸ਼ਿਕਾਇਤ ਤੇ ਕੰਗਨਾ ਦੇ ਖਿਲਾਫ ਸ਼ੁਰੂ ਕੀਤੀ ਗਈ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਦੀ ਕੰਗਨਾ ਨੇ ਮੰਗ ਕੀਤੀ ਸੀ। ਹਾਈ ਕੋਰਟ ਦੀ ਜੱਜ ਰੇਵਤੀ ਮੋਹਿਤ ਡੇਰੇ ਨੇ 1 ਸਤੰਬਰ ਨੂੰ ਕੰਗਨਾ ਦੀ ਪਟੀਸ਼ਨ ਤੇ ਫੈਸਲਾ ਰਾਖਵਾਂ ਰੱਖਿਆ ਸੀ ਤੇ ਹੁਣ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਬਾੜਮੇਰ ਦੇ ਗੰਦਮ ਭਾਕਾਸਰ ਦੇ ਵਿੱਚ ਕੌਮੀ ਹਾਈਵੇ 925 ਉੱਤੇ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦੇ ਲਈ ਐਮਰਜੈਂਸੀ ਲੈਂਡਿੰਗ ਫੀਲਡ ਦਾ ਉਦਘਾਟਨ ਕੀਤਾ। ਹਵਾਈ ਫੌਜ ਦੇ ਹਰਕਿਊਲਿਸ C-130 ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਦੌਰਾਨ ਦੋਵੇਂ ਮੰਤਰੀ ਅਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਜਹਾਜ਼ ਦੇ ਵਿੱਚ ਖੁਦ ਸਵਾਰ ਸਨ। ਇਹ ਮਾਰਗ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਲਈ ਪਹਿਲਾ ਐਮਰਜੈਂਸੀ ਫੀਲਡ ਬਣਿਆ ਹੈ। ਪਾਕਿਸਤਾਨ ਦੇ ਨੇੜੇ ਹੈ। ਸੁਖੋਈ 30 MKI ਲੜਾਕੂ ਜਹਾਜ਼ ਅਤੇ AN-32 ਫੌਜੀ ਜਹਾਜ਼ ਤੇ MI-17 ਵੀ 5 ਹੈਲੀਕਾਪਟਰ ਨੇ ਵੀ ਐਮਰਜੈਂਸੀ ਲੈਂਡਿੰਗ ਕੀਤੀ, ਯਾਨੀ ਕਿ ਇਸ ਜਿਹੜੀ ਲੈਂਡਿੰਗ ਫੀਲਡ ਦੇ ਉਦਘਾਟਨ ਮੌਕੇ ਇਸ ਨੂੰ ਪਰਖਿਆ ਵੀ ਗਿਆ। ਮਹਾਰਾਸ਼ਟਰ ਤੋਂ ਇੱਕ ਖਬਰ ਹੈ ਜਿੱਥੇ ਨੰਦੂਰਬਾਰ ਜ਼ਿਲ੍ਹੇ ਦੇ ਵਿੱਚ ਆਪਣੀ ਪਤਨੀ ਨੂੰ ਬਚਾਉਣ ਦੇ ਲਈ ਇੱਕ ਪਤੀ 5-6 ਕਿਲੋਮੀਟਰ ਆਪਣੇ ਮੋਢਿਆਂ ਤੇ ਚੁੱਕ ਕੇ ਪਤਨੀ ਨੂੰ ਦੌੜਿਆ ਪਰ ਫਿਰ ਵੀ ਬਚਾ ਨਹੀਂ ਸਕਿਆ। ਔਰਤ ਦੀ ਪਛਾਣ ਸਿੱਧਿਲੀ ਬਾਈ ਪਦਵੀ ਦੇ ਵਜੋਂ ਹੋਈ ਹੈ। ਬਿਮਾਰ ਸੀ, ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਕਬਾਇਲੀ ਇਲਾਕੇ ਤਦੌਦਾ ਤੋਂ ਤੜਗਾਵ ਦੇ ਜ਼ਿਲ੍ਹਾ ਹਸਪਤਾਲ ਦੇ ਵਿਚਾਲੜੀ ਸੜਕ ਜਿਹੜੀ ਚੰਦਾ ਸੈਲੀ ਦੀਆਂ ਪਹਾੜੀਆਂ ਚੋਂ ਲੰਘਦੀ ਹੈ, ਜਿਵੇਂ ਹੀ ਉੱਥੇ ਐਮਰਜੈਂਸੀ ਐਂਬੂਲੈਂਸ ਪਹੁੰਚੀ ਅਚਾਨਕ ਜ਼ਮੀਨ ਖਿਸਕਣ ਦੀ ਘਟਨਾ ਵਾਪਰ ਗਈ ਤੇ ਮਲਬੇ ਕਾਰਨ ਅੱਗੇ ਸੜਕ ਬੰਦ ਹੋ ਗਈ। ਡਰਾਈਵਰ ਨੇ ਦੁਬਾਰਾ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਜ਼ਮੀਨ ਪਿੱਛੇ ਤੋਂ ਵੀ ਖਿਸਕ ਗਈ ਸੀ ਤੇ ਐਂਬੂਲੈਂਸ ਦੋਵਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਵਿਚਾਲੇ ਫਸ ਗਈ ਸੀ। ਉਸ ਤੋਂ ਬਾਅਦ ਬਿਮਾਰ ਔਰਤ ਦਾ ਪਤੀ ਪਹਾੜਾਂ ਤੋਂ ਕਰੀਬ 4-5 ਕਿਲੋਮੀਟਰ ਦੂਰ ਆਪਣੇ ਮੋਢਿਆਂ ਤੇ ਹਸਪਤਾਲ ਤੱਕ ਪਹੁੰਚਣ ਦੇ ਲਈ ਦੌੜਦਾ ਰਿਹਾ, ਭੱਜਦਾ ਰਿਹਾ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ। ਬੁੱਧਵਾਰ ਨੂੰ ਇਹ ਘਟਨਾ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਬੀਜੇਪੀ ਨੇ ਇਸ ਮੁੱਦੇ ਤੇ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸ਼ਿਵ ਸੈਨਾ ਦੀ ਸਰਕਾਰ ਨੂੰ ਘੇਰਨ ਵਿੱਚ ਦੇਰੀ ਨਹੀਂ ਕੀਤੀ। ਬੀਜੇਪੀ ਦੀ ਸੂਬਾ ਮੀਤ ਪ੍ਰਧਾਨ ਚਿਤਰਾ ਵਾਘ ਨੇ ਕਿਹਾ ਕਿ ਇਹ ਘਟਨਾ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਸੂਬੇ ਦੇ ਵਿੱਚ ਸਿਹਤ ਪ੍ਰਣਾਲੀ ਦੇ ਕੀ ਹਾਲਾਤ ਨੇ। ਸੂਬੇ ਦੇ ਕਬਾਇਲੀ ਮੰਤਰੀ ਵਿਧਾਨ ਸਭਾ ਹਲਕੇ ਦੇ ਆਦੀਵਾਸੀ ਲੋਕ ਸਿਹਤ ਪ੍ਰਣਾਲੀ ਦੀ ਘਾਟ ਕਾਰਨ ਕਿਉਂ ਮਰ ਰਹੇ ਨੇ। ਦੂਸਰੇ ਪਾਸੇ ਵਧੀਕ ਜ਼ਿਲ੍ਹਾ ਅਧਿਕਾਰੀ ਮਹੇਸ਼ ਪਾਟਿਲ ਨੇ ਦਾਅਵਾ ਕੀਤਾ ਕਿ ਔਰਤ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਜਾ ਰਿਹਾ ਸੀ ਪਰ ਲੈਂਡ ਸਲਾਈਡਿੰਗ ਕਾਰਨ ਐਂਬੂਲੈਂਸ ਨੂੰ ਉੱਥੇ ਹੀ ਫਸ ਕੇ ਰਹਿਣਾ ਪਿਆ। ਮਲਬੇ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਹੈ। ਇਸੇ ਦੌਰਾਨ ਔਰਤ ਦੀ ਮੌਤ ਹੋ ਗਈ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।